ਜਿਹੜੀ ਆਈਡੀਓਲੋਜੀ ਜਿਹਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਹੈ, ਜਿਸ ਦਾ ਸੰਬੰਧ ਮਜ਼ਹਬ ਨਾਲ ਨਹੀਂ ਹੈ, ਇੱਕ ਆਈਡੀਓਲੋਜੀ ਨਾਲ ਹੈ, ਉਹਦਾ ਜਿਹੜਾ ਸਭ ਤੋਂ ਪਾਵਰਫੁਲ ਹਥਿਆਰ ਹੈ ਉਹ ਹੈ ਭੰਬਲ ਭੂਸਾ ਪਾਉਣਾ, ਕਨਫਿਊਜ਼ਨ। ਖੇਡ ਪੰਜਾਬ ਦੇ ਵਿੱਚ ਜਿਹੜੀ ਸਾਰੀ ਰਨ ਹੁੰਦੀ ਹੈ ਉਹ ਇੰਟੈਲੀਜੈਂਸ ਏਜੰਸੀਆਂ ਦੀ ਖੇਡ ਹੁੰਦੀ ਹੈ। ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਕਾਫੀ ਹੱਦ ਤੱਕ ਪੇਂਡੂ ਵੋਟਰ ਨੂੰ ਜੇ ਮੈਂ ਕਹਾਂ, ਉਹ ਤਾਂ ਇਸ ਭਰਮ 'ਚ ਹੀ ਕਿ ਜੀ ਵਧੀਆ ਐਜੂਕੇਸ਼ਨ, ਦਿੱਲੀ ਮਾਡਲ, ਉਹ ਝੂਠ। ਤੁਸੀਂ ਇਹ ਦੇਖੋ ਵੀ ਜਦੋਂ ਉਹਨਾਂ ਨੇ ਇੱਕ ਵਾਰੀ ਆਮ ਆਦਮੀ ਪਾਰਟੀ ਨੇ ਸਿਕਿਉਰ ਕਰ ਲਿਆ ਕਿ ਵੀ ਹੁਣ ਸਿੱਖ ਤਾਂ ਸਾਡੀ ਜੇਬ 'ਚ ਨੇ, ਉਹਨਾਂ ਨੇ ਪੰਜਾਬ ਦੇ ਹਿੰਦੂ ਵੋਟਰ ਜਿਹੜੇ ਜ਼ਾਹਰ ਹੈ 22-23 ਹਲਕੇ ਪੰਜਾਬ ਦੇ 117 ਅਸੈਂਬਲੀ ਹਲਕਿਆਂ 'ਚੋਂ ਇਹੋ ਜਿਹੇ ਨੇ ਜਿਹਦੇ 'ਚ ਕਿ ਹਿੰਦੂ ਵੋਟਰ ਡਿਸਾਈਡਿੰਗ ਫੈਕਟਰ ਹੈ। ਜਦੋਂ ਬਾਦਲ ਅਕਾਲੀ ਦਲ ਔਰ ਬੀਜੇਪੀ ਦਾ ਵੀ ਸਮਝੌਤਾ ਹੁੰਦਾ ਸੀ, ਉਹ 22-23 ਸੀਟਾਂ ਬੀਜੇਪੀ ਲਈ ਛੱਡਦੇ ਸੀ, ਹਾਲਾਂ ਉਹਨਾਂ ਦੇ ਮੈਕਸਿਮਮ ਇੱਕ ਇਲੈਕਸ਼ਨ 'ਚ 17 ਜਾਂ 18 ਜਿੱਤੇ ਨੇ। ਮੋਦੀ ਦੀ ਧਿਰ ਹੋਏ ਜਾਂ ਕੇਜਰੀਵਾਲ ਹੋਏ, ਇਹ ਆਰਐਸਐਸ ਦੀਆਂ ਹੀ ਏ ਤੇ ਬੀ ਟੀਮਾਂ ਨੇ। ਬੀਜੇਪੀ ਦਾ ਇਮੇਜ ਪੰਜਾਬ ਦੇ ਵਿੱਚ ਇੱਕ ਜਿਹੜਾ ਹੈ ਉਹ ਵਪਾਰੀ ਪਾਰਟੀ ਵਾਲਾ ਰਿਹਾ, ਅਕਾਲੀਆਂ ਨਾਲ ਅਲਾਇੰਸ ਕਰਕੇ ਉਹ ਸੀਟਾਂ ਲੈ ਲੈਂਦੇ ਰਹੇ ਨੇ, ਲੇਕਿਨ ਸਿੱਖਾਂ ਦੇ ਵਿੱਚ ਕਦੇ ਵੀ ਇਹਨਾਂ ਦੀ ਐਕਸੈਪਟੈਂਸ ਨਹੀਂ ਸੀ। ਹਫ਼ਤਾ ਪਹਿਲਾਂ ਕੇਜਰੀਵਾਲ ਨੇ ਜਦੋਂ ਇਹ ਕਿਹਾ, ਉਹਨੇ ਕਿਹਾ ਜੀ ਦੇਖੋ ਇਹ ਜਿਹੜੀ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਚੂਕ ਹੋਈ ਹੈ, ਇਸ ਨਾਲ ਪੰਜਾਬ ਦੇ ਹਿੰਦੂ ਬੜੇ ਘਬਰਾ ਗਏ ਨੇ। ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਸੁਰੱਖਿਅਤ ਨਹੀਂ। ਇੱਕ ਲੁਧਿਆਣੇ ਦਾ ਵਪਾਰੀ ਇੱਕ ਮੇਰੇ ਕੋਲ ਆਇਆ, ਉਹਨੇ ਮੈਨੂੰ ਕਿਹਾ ਔਰ ਉਹਨਾਂ 'ਚ ਬੜੀ ਅਸੁਰੱਖਿਆ ਦੀ ਭਾਵਨਾ ਆ ਗਈ। ਉੱਥੇ ਵੀ ਆਰਐਸਐਸ ਦੇ ਜਿਹੜੇ ਦੂਜੇ ਨੇ ਜਿਨ੍ਹਾਂ ਨੇ ਭੰਬਲ ਭੂਸਾ ਪੈਦਾ ਕਰਨਾ, ਉੱਥੇ ਉਹ ਬੈਠੇ ਹੋਏ ਨੇ ਉਹਨਾਂ ਦੇ ਨਾਗਪੁਰ ਜਾਂ ਦੂਜੇ 'ਚ। ਉਹਨਾਂ ਨੂੰ ਲੱਗਾ ਵੀ ਅੱਛਾ ਇਹ ਹੁਣ ਸਾਥੋਂ ਪੁੱਛੇ ਸਾਡੀ ਬਿੱਲੀ ਸਾਨੂੰ ਮਿਆਓ, ਔਰ ਉਹਨਾਂ ਨੇ ਇੱਕਦਮ ਉਹ ਖੜਾ ਕਰਤਾ ਕੁਮਾਰ ਵਿਸ਼ਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 18 फरवरी 2022 8 फगर नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਖੁਸ਼ੀਆਂ ਭਰਿਆ ਗੁਜ਼ਰੇ। ਸੋ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਇਸ ਤਰ੍ਹਾਂ ਅੱਜ ਦੇ ਜਿਹੜੇ ਪ੍ਰੋਗਰਾਮ ਜਿਸ ਤਰ੍ਹਾਂ ਕਿ ਸੱਚੋ ਸੱਚ ਪ੍ਰੋਗਰਾਮ ਨੂੰ ਹਮੇਸ਼ਾ ਕੋਈ ਨਾ ਕੋਈ ਸਪਾਂਸਰ ਜਿਹੜਾ ਕਰਦਾ ਹੈਗਾ ਸਾਡੇ ਪ੍ਰੋਗਰਾਮ ਨੂੰ, ਉਸ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸੰਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਅਸੀਂ ਦਿੱਲੀ ਤੋਂ ਚਲਦੀਆਂ ਪਾਰਟੀਆਂ ਦਾ ਸਾਥ ਦੇ ਕੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਅਕਾਲੀ ਦਲ ਅੰਮ੍ਰਿਤਸਰ ਅਤੇ ਜੋ ਹੋਰ ਤੁਹਾਨੂੰ ਪੰਜਾਬ ਪ੍ਰਸਤ ਉਮੀਦਵਾਰ ਲੱਗਦਾ ਹੈ ਉਸ ਨੂੰ ਹੀ ਆਪਣੀ ਵੋਟ ਦਿਓ। ਰਵਾਇਤੀ ਪਾਰਟੀਆਂ ਜਿਨ੍ਹਾਂ ਦੀ ਦਿੱਲੀ ਨਾਲ ਸਿੱਧੀ ਜਾਂ ਅਸਿੱਧੀ ਸਾਂਝ ਹੈ, ਇਹਨਾਂ ਹੱਥੋਂ ਸਾਨੂੰ ਖੁਆਰੀ ਹੀ ਮਿਲਣੀ ਹੈ। ਸੋ TV84 ਦਾ ਧੰਨਵਾਦ ਜਿਨ੍ਹਾਂ ਨੇ ਗਰਾਊਂਡ ਤੋਂ ਕਵਰੇਜ ਕੀਤੀ ਹੈ ਅਤੇ ਸਿੱਖ ਨਜ਼ਰੀਏ ਨੂੰ ਉਭਾਰਿਆ ਹੈ। ਸੋ ਆਜ਼ਾਦ ਸਿੱਖ ਮੀਡੀਆ ਹੀ ਅਹਿਮੀਅਤ ਨੂੰ ਸਮਝੀਏ ਅਤੇ TV84 ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਸਪਾਂਸਰਸ਼ਿਪ ਲਈ ਅਸੀਂ ਵੀਰ ਸੰਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਸਭ ਤੋਂ ਕਾਰਗਰ ਹਥਿਆਰ ਭੰਬਲ ਭੂਸਾ ਪਾਉਣਾ ਯਾਨੀ ਕਿ ਕਨਫਿਊਜ਼ਨ ਕ੍ਰੀਏਟ ਕਰਨਾ ਹੈ।
ਸੋ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਖਾਲਿਸਤਾਨ ਦੇ ਮੁੱਦੇ ਨੂੰ ਕੇਜਰੀਵਾਲ ਨਾਲ ਜੋੜ ਕੇ ਹਿੰਦੂ ਤਵੀਆਂ ਨੇ ਇੱਕ ਵਾਰ ਫਿਰ ਸਿੱਖ ਕੌਮ ਪ੍ਰਤੀ ਉਹਨਾਂ ਦੀ ਜੈਨੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਹੈ। ਸੋ ਇਹ ਮਾਜਰਾ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਪਿਛਲੇ 3 ਦਿਨਾਂ ਤੋਂ ਲਗਾਤਾਰਤਾ ਨਾਲ ਸਾਨੂੰ ਲਿਖ ਰਹੇ ਨੇ, ਕਾਲਾਂ ਕਰਦੇ ਨੇ। ਕੁਛ ਦੇ ਮੈਸੇजेस ਅਸੀਂ ਰਿਟਰਨ ਕਰ ਸਕੇ हैं, कुछ ਦੇ नहीं। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੀਪ ਸਿੱਧੂ ਇੱਕ ਨਾਇਕ ਵਜੋਂ ਉੱਭਰੇ ਨੇ ਜੀ, ਔਰ ਅਜੇ ਤੱਕ ਵੀ ਜਿਹੜਾ ਸਦਮਾ ਹੈ, ਸ਼ੌਕ ਹੈ, ਉਸ ਨੂੰ ਮਹਿਸੂਸ ਕੀਤਾ ਜਾ ਰਿਹਾ। ਬਿਲਕੁਲ। ਔਰ TV 84 ਦੀ ਟੀਮ ਦਾ ਜਿਵੇਂ ਮੈਂ ਪਿਛਲੇ 2 ਦਿਨ ਤੋਂ ਹੀ ਸ਼ੁਕਰੀਆ ਅਦਾ ਕਰ ਰਿਹਾ, ਖਾਸ ਤੌਰ 'ਤੇ ਜਿਹੜੀ ਸਾਡੀ ਗਰਾਊਂਡ ਜ਼ੀਰੋ ਦੇ ਉੱਤੇ ਟੀਮ ਹੈ ਕਿ ਉਹਨਾਂ ਨੇ ਜਿਵੇਂ ਕਵਰੇਜ ਕੀਤੀ ਸਾਰੇ ਦੀ। ਔਰ ਈਵਨ ਅੱਜ ਵੀ ਸਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ, ਕਿਉਂਕਿ ਅੱਜ ਉੱਥੇ ਚੋਣਾਂ ਦਾ ਅਖੀਰਲਾ ਦਿਨ ਸੀ ਔਰ ਇਲੈਕਸ਼ਨ ਕਮਿਸ਼ਨ ਜਿਹੜਾ ਉਹਦੀਆਂ ਹਦਾਇਤਾਂ ਮੁਤਾਬਕ ਪਬਲਿਕ ਜਲਸੇ ਔਰ ਦੂਸਰੇ ਬੰਦ ਨੇ, ਔਰ ਈਵਨ ਕੋਈ ਵੀ ਜਿਹੜਾ ਜਿਹਦੀ ਵੋਟ ਉਸ ਕੰਸਟੀਚੁਐਂਸੀ 'ਚ ਨਹੀਂ ਹੈ ਉਹ ਉਸ ਹਲਕੇ 'ਚ ਠਹਿਰ ਨਹੀਂ ਸਕਦਾ। ਮਤਲਬ ਇਹ ਹੈ ਕਿ ਇੱਕ ਹਿਸਾਬ ਨਾਲ ਚੋਣ ਪ੍ਰਚਾਰ ਬੰਦ ਹੋ ਗਿਆ ਔਰ ਹੁਣ 1 to 1 ਆਉਣ ਵਾਲੇ ਅਗਲੇ 48 ਘੰਟੇ ਤੋਂ ਵੀ ਲੈਸ ਪੀਰੀਅਡ 'ਚ ਗੱਲਬਾਤ ਹੋਏਗੀ। ਸੋ ਅੱਜ ਉਹਨਾਂ ਦੀ ਫਾਈਨਲ ਅਮਰਗੜ੍ਹ ਦੇ ਵਿੱਚ ਰੈਲੀ ਸੀ, ਬਹੁਤ ਹੈਵੀਲੀ ਅਟੈਂਡਡ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਵੀ ਸ਼ਾਮਲ ਸਨ, ਕਿਉਂਕਿ ਇੱਕ ਅੰਦਾਜ਼ੇ ਮੁਤਾਬਕ ਅਮਰਗੜ੍ਹ ਹਲਕੇ ਦੇ ਵਿੱਚ 32,000 ਤੋਂ ਜ਼ਿਆਦਾ ਮੁਸਲਮਾਨ ਵੋਟਰ ਨੇ, ਕਿਉਂਕਿ ਇਹ ਰਿਆਸਤ ਮਲੇਰਕੋਟਲਾ ਜਿਹੜਾ ਜ਼ਾਹਰ ਹੈ ਸਿੱਖ ਇਤਿਹਾਸ 'ਚ ਅਸੀਂ ਸ਼ੇਰ ਮੁਹੰਮਦ ਖਾਨ ਦੇ ਨਾਂ ਨਾਲ ਮਲੇਰਕੋਟਲੇ ਨੂੰ ਯਾਦ ਕਰਦੇ ਹਾਂ, ਹਾ ਦਾ ਨਾਅਰਾ ਮਾਰਨ ਵਾਲੇ, ਜਿੱਥੇ ਔਰ ਇਕੱਲਾ ਇਹ ਨਹੀਂ, ਮਲੇਰਕੋਟਲਾ ਇੱਕ ਤਾਂ ਟਾਊਨ ਹੈ ਜਿਸ ਦਾ ਮਲੇਰਕੋਟਲਾ ਉਸ ਨੂੰ ਪਿਛਲੀ ਪੰਜਾਬ ਸਰਕਾਰ ਨੇ ਜ਼ਿਲ੍ਹੇ ਦਾ ਸਟੇਟਸ ਵੀ ਦਿੱਤਾ ਹੈ ਔਰ ਮਲੇਰਕੋਟਲਾ ਵੀ ਮੁਸਲਿਮ ਮੈਜੋਰਿਟੀ ਜਿਹੜੀ ਹੈ ਸਿਟੀ ਹੈ, ਲੇਕਿਨ ਉਸ ਦੇ ਨਾਲ ਲਗਭਗ 83-84 ਪਿੰਡ, ਕਿਉਂਕਿ ਮਲੇਰਕੋਟ ਦਾ ਰਿਆਸਤ ਦੇ ਸੀ ਜਦੋਂ ਕਿ ਉਹ ਮਰਜ ਹੋਈ ਬਾਕੀ ਰੈਸਟ ਆਫ ਇੰਡੀਅਨ ਸਟੇਟਸ ਦੇ ਵਾਂਗ ਯੂਨੀਅਨ ਆਫ ਇੰਡੀਆ ਦੇ ਨਾਲ। ਸੋ ਜਦੋਂ ਇਹ ਜਿਹਨੂੰ ਡੀਲਿਮਿਟੇਸ਼ਨ ਕਹਿੰਦੇ ਨੇ, ਡਿਸਟ੍ਰਿਕਟਿੰਗ ਹੁੰਦੀ ਹੈ ਤਾਂ ਕੁਝ ਪਿੰਡ ਇੱਧਰੋਂ ਚੁੱਕ ਕੇ ਉੱਧਰੋਂ ਇੱਧਰ ਕੀਤੇ ਜਾਂਦੇ ਨੇ। ਸੋ ਮਲੇਰਕੋਟਲਾ ਆਪਣੇ ਆਪ 'ਚ ਵੀ ਮੁਸਲਿਮ ਮੈਜੋਰਿਟੀ ਹਲਕਾ ਹੈ। ਇਹੀ ਕਾਰਨ ਹੈ ਕਿ ਉੱਥੋਂ ਕੋਈ ਵੀ ਪਾਰਟੀ ਹੋਏ, ਕਾਂਗਰਸ, ਅਕਾਲੀ, ਉੱਥੋਂ ਮੁਸਲਮਾਨ ਕੈਂਡੀਡੇਟ ਨੂੰ ਹੀ ਜਿਹੜਾ ਟਿਕਟ ਦਿੰਦੇ ਨੇ। ਔਰ ਹੁਣ ਵੀ ਸਿਟਿੰਗ ਕੈਬਨਿਟ ਦੇ ਵਿੱਚ ਰਜ਼ੀਆ ਸੁਲਤਾਨਾ ਜਿਹੜੀ ਹੈ ਉੱਥੋਂ MLA ਵੀ ਹੈ, ਮਿਨਿਸਟਰ ਵੀ ਹੈ, ਐਜੂਕੇਸ਼ਨ ਮਿਨਿਸਟਰ ਹੈ। ਲੇਕਿਨ ਇਹ ਵੀ ਇੱਕ ਵੱਡਾ ਚੰਕ ਵਿਲੇਜਸ ਦਾ ਮਲੇਰਕੋਟਲੇ ਦੇ ਅਮਰਗੜ੍ਹ ਦੇ ਨਾਲ ਲੱਗਾ ਔਰ ਜਿਵੇਂ ਮੈਂ ਕਿਹਾ ਕਿ 32,000 ਤੋਂ ਜ਼ਿਆਦਾ ਮੁਸਲਮਾਨ ਵੋਟਰ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਮਾਨ ਸਾਹਿਬ ਨੇ ਮੁਸਲਮਾਨਾਂ ਦੀ ਆਵਾਜ਼ ਵੀ ਪਾਰਲੀਮੈਂਟ ਦੇ ਵਿੱਚ ਬੁਲੰਦ ਕੀਤੀ। ਜੇ 6 ਦਸੰਬਰ 1992 ਦੀ ਗੱਲ ਕਰੀਏ ਤੇ ਇਹ ਉਹ ਪੀਰੀਅਡ ਸੀ ਜਦੋਂ ਕਿ ਮਾਨ ਸਾਹਿਬ ਖੁਦ ਜਥਾ ਲੈ ਕੇ ਬਾਬਰੀ ਮਸਜਿਦ ਤੋੜਨ ਵਾਲਿਆਂ ਦੇ ਖਿਲਾਫ ਗਏ, ਭਾਵੇਂ ਉਹਨਾਂ ਨੂੰ ਰੋਕ ਲਿਆ ਗਿਆ, ਗ੍ਰਿਫਤਾਰੀ ਹੋਈ। ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਵੀ ਜਦੋਂ ਉਹਨਾਂ ਨੇ ਕਸ਼ਮੀਰ 'ਚ ਧਾਰਾ 370 ਖ਼ਤਮ ਕੀਤੀ ਤੇ ਮਾਨ ਸਾਹਿਬ ਜਥਾ ਲੈ ਕੇ ਪਹੁੰਚੇ, ਹਾਲਾਂ ਉਹਨਾਂ ਨੂੰ ਲਖਨਪੁਰ ਜਿਹੜੀ ਕਿ ਫਾਈਨਲ ਪੋਸਟ ਹੈ ਪੰਜਾਬ ਔਰ ਜੰਮੂ ਕਸ਼ਮੀਰ 'ਚ, ਉੱਥੇ ਰੋਕ ਲਿਆ ਗਿਆ ਸੀ। ਸੋ ਇਹਦੇ 'ਚ ਜਿਹੜਾ ਅੱਜ ਕਾਫੀ ਸਕਸੈਸਫੁਲ ਇਹ ਰੈਲੀ ਸੀ ਔਰ ਜਿਵੇਂ TV 84 ਦੀ ਟੀਮ ਨੇ ਉਸ ਨੂੰ ਲਾਈਵ ਕਵਰ ਕੀਤਾ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਸਾਡੇ ਉਹਨਾਂ ਦਰਸ਼ਕਾਂ ਦਾ ਜਿਹੜੇ ਸਾਡੇ ਸਪਾਂਸਰ ਵੀ ਨੇ ਔਰ ਸਾਡੇ ਵੈਲ ਵਿਸ਼ਰਸ ਜਿਹੜੇ ਵਾਕਅਪ ਵੀ ਕਰਦੇ ਨੇ ਕਿ ਭਾਈ TV 84 ਨੇ ਆਪਣੀ ਪ੍ਰੈਜ਼ੈਂਸ ਜਿਵੇਂ ਉੱਥੇ ਸ਼ੋਅ ਕੀਤੀ ਹੈ। ਕਿਉਂਕਿ ਲੈ ਦੇ ਕੇ ਜੇ ਤੁਸੀਂ ਬਾਕੀ ਮੀਡੀਆ ਦਾ ਉੱਥੇ ਹਾਲ ਦੇਖੋ, ਹਾਲਾਂ ਹੁਣ ਬਹੁਤ ਸਾਰੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬਾਹਰਲੇ ਚੈਨਲ ਵੀ ਔਰ ਉਹਨਾਂ ਦੇ ਬੰਦੇ, ਲੇਕਿਨ ਹਰ ਇੱਕ ਦਾ ਜਿਹੜੇ ਸੋਸ਼ਲ ਮੀਡੀਆ 'ਤੇ ਵੀ ਨੇ ਉਹਨਾਂ ਦਾ ਫੋਕਸ TRP ਵਧਾਉਣਾ ਹੈ। ਇਸ ਲਈ ਉਹ ਹਰ ਗੱਲ ਨੂੰ ਸੈਂਸੇਸ਼ਨਲ ਅੰਦਾਜ਼ ਦੇ ਵਿੱਚ ਪੇਸ਼ ਕਰਨ ਦੀ ਲਾਈਨ, ਔਰ ਜਿਹਦੀ ਖਬਰ ਨਹੀਂ ਵੀ ਹੁੰਦੀ, ਕਈ ਵਾਰ ਤੁਸੀਂ ਉਹਦਾ ਹੈਡਿੰਗ ਦੇਖਦੇ ਹੋ, ਇੱਕ ਕਿਸਮ ਦੀ ਸੈਂਸੇਸ਼ਨ ਹੁੰਦੀ ਹੈ ਕਿ ਤੁਸੀਂ ਬਦੋ ਬਦੀ ਕਲਿੱਕ ਕਰਦੇ ਹੋ ਕਿ ਭਾਈ ਕੀ ਹੈ, ਔਰ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਕਿਹਦੀ ਪ੍ਰਾਈਵੇਸੀ ਹੈ, ਕੇਸ ਦੀ ਜਿਹੜੀਆਂ ਫੈਮਿਲੀ ਸੈਂਸਿਟੀਵਿਟੀਜ਼ ਜੁੜੀਆਂ ਹੋਈਆਂ। ਹੁਣ ਜਿਵੇਂ ਦੀਪ ਸਿੱਧੂ ਦੇ ਹਵਾਲੇ ਨਾਲ ਹੀ ਉਹਨਾਂ ਦੀ ਜਿਹੜੀ ex-wife ਔਰ ਬੱਚੀ, ਉਹ ਵੀ ਜਦੋਂ ਉਹਨਾਂ ਦੇ ਚੌਥੇ ਦੀ ਰਸਮ ਹੋਈ, ਉਹਨਾਂ ਦੇ ਫੁੱਲ ਚੁਣੇ ਗਏ, ਉੱਥੇ ਪਹੁੰਚੇ ਔਰ ਇਹ
ਬਿਲਕੁਲ ਇੱਕ ਪਰਸਨਲ ਫੈਮਿਲੀ ਲਾਈਫ ਹੁੰਦੀ ਹੈ, ਲੇਕਿਨ ਉਸ ਨੂੰ ਲੈ ਕੇ ਜਿਸ ਕਿਸਮ ਦਾ ਸਾਰਾ ਵਰਤਾਰਾ ਕੁਝ ਚੈਨਲਸ ਨੇ ਕੀਤਾ ਹੈ, ਔਰ ਇਹੀ ਹਾਲ ਜਿਹੜਾ ਰੀਨਾ ਰॉय ਜਿਹੜੀ ਕਿ ਕੋ ਪੈਸੇਂਜਰ ਸੀ ਔਰ ਜਿਨ੍ਹਾਂ ਦੇ ਨਾਲ ਜਿਹੜਾ ਇਹ ਉਹਨਾਂ ਦੀ ਮੰਗਣੀ ਹੋਈ ਸੀ ਜਾਂ ਹੋਣ ਜਾ ਰਹੀ ਸੀ। ਸੋ ਦੇਖੋ ਕੁਝ ਚੀਜ਼ਾਂ ਨੇ, ਜ਼ਾਹਰ ਹੈ ਕਿ ਜਦੋਂ ਅਸੀਂ ਮੁੱਢਲੇ ਤੌਰ ਦੇ ਉੱਤੇ ਐਜ਼ ਏ ਸਸਪੈਕਟ ਦੇਖਦੇ ਹਾਂ ਕਿ ਕੀ ਹੋਏਗਾ, ਉਹਦੇ 'ਚ ਇਨਵੈਸਟੀਗੇਸ਼ਨ ਦਾ ਅੰਦਾਜ਼ ਇਹੀ ਹੁੰਦਾ ਹੈ ਕਿ ਤੁਸੀਂ ਇਮੀਡੀਏਟ ਜਿਹੜਾ ਨਾਲ ਹੈ, ਆਈ ਵਿਟਨੈਸ ਹੈ, ਦੂਸਰੇ ਦੇਖਦੇ ਹੋ, ਲੇਕਿਨ ਕਿਸੇ ਕੋਲ ਕੋਈ ਹੱਕ ਨਹੀਂ ਹੁੰਦਾ ਕਿ ਵੀ ਤੁਸੀਂ ਬਿਨਾਂ ਕਿਸੇ ਸੋਲਿਡ ਸਬੂਤ ਦੇ ਜਿਹੜੀ ਹੈ ਉਹ ਕਿਰਦਾਰ ਕੁਸ਼ੀ ਕਰੋ, ਜਿਹੜਾ ਕਿ ਉੱਥੇ ਮੀਡੀਆ ਨੂੰ, ਕਿਉਂਕਿ ਉਹਨਾਂ ਨੂੰ TRP ਚਾਹੀਦੀ ਹੈ ਔਰ ਉਹ ਹਰ ਇਸ ਕਿਸਮ ਦੇ ਜਿਹੜੀ ਗੱਲ ਹੈ ਉਹਨੂੰ ਅੱਗਾ ਪਿੱਛਾ ਕਰਕੇ, ਔਰ TV 84 ਦੀ ਸਾਡੀ ਉੱਥੇ ਬੇਸ ਟੀਮ, ਉਹਨਾਂ ਦਾ ਹਮੇਸ਼ਾ ਫੋਕਸ ਹੁੰਦਾ ਹੈ ਕਿ ਦਰਸ਼ਕਾਂ ਤੱਕ ਇੱਕ ਬੈਲੈਂਸਡ ਅਪਰੋਚ ਰੱਖਣੀ ਔਰ ਉੱਥੋਂ ਦੇ ਹਾਲਾਤਾਂ ਬਾਰੇ ਜਿਹੜੀ ਹੈ ਇੱਕ ਠੀਕ ਪਿਕਚਰ ਦੇਣੀ। ਸੋ ਅਸੀਂ ਇਹ ਵੀ ਦੱਸ ਦਈਏ ਕਿ ਜਿਵੇਂ ਕੱਲ੍ਹ ਤੱਕ ਤਾਂ ਇਹ ਨਹੀਂ ਸੀ ਪਤਾ, ਹੁਣ ਇਹ ਸਾਹਮਣੇ ਆਇਆ ਕਿ ਵੀ ਉਹਨਾਂ ਨੇ, ਪਰਿਵਾਰ ਨੇ ਫੈਸਲਾ ਕੀਤਾ ਹੈ ਕਿ 24 ਫਰਵਰੀ ਨੂੰ ਦੁਪਹਿਰ ਦੇ 1 ਵਜੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹਿਸਟੋਰੀਕਲ ਮੁਕਾਮ, ਔਰ ਸਾਡੇ TV 84 ਤੇ ਸਵੇਰੇ ਸ਼ਾਮ ਫਤਿਹਗੜ੍ਹ ਸਾਹਿਬ ਤੋਂ ਲਾਈਵ ਕਵਰੇਜ ਹੁੰਦੀ ਹੈ ਕੀਰਤਨ ਕਥਾ ਦੀ। ਅੰਤਮ ਅਰਦਾਸ ਉੱਥੇ ਹੋਏਗੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਨਾਲ ਬਹੁਤ ਵੱਡਾ ਜਿਹੜਾ ਹਾਲ ਹੈ, ਦੀਵਾਨ ਟੋਡਰਮਲ ਹਾਲ ਉਹਨੂੰ ਕਹਿੰਦੇ ਨੇ, ਜਿਹਦੇ 'ਚ ਵੱਡੀ ਗੈਦਰਿੰਗ ਬੈਠ ਸਕਦੀ ਹੈ। ਔਰ ਇਹ ਦੀਵਾਨ ਟੋਡਰਮਲ ਉਹ ਜੈਨ ਧਰਮ ਨਾਲ ਸੰਬੰਧਿਤ ਸੇਠ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਜਿਹੜੀ ਮੰਗ ਉਸ ਵੇਲੇ ਦੇ ਹਾਕਮ ਵਜੀਦ ਖਾਨ ਨੇ ਕੀਤੀ, ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ 19 ਥਾਂ ਲਈ ਸੀ ਜਿੱਥੇ ਉਹਨਾਂ ਨੇ ਸੰਸਕਾਰ ਕੀਤਾ। ਸੋ ਇਹ ਸਾਡੇ ਧਰਮ ਦੀ ਖੂਬਸੂਰਤੀ ਹੈ ਕਿ ਬੇਸ਼ੱਕ ਜ਼ੁਲਮ ਕਰਨ ਵਾਲਿਆਂ ਨੂੰ ਅਸੀਂ ਕਦੇ ਨਹੀਂ ਭੁੱਲੇ, ਨਾ ਸਾਨੂੰ ਵਜੀਦ ਖਾਂ ਭੁੱਲਿਆ ਸਰਹੰਦ ਦਾ, ਨਾ ਸਾਨੂੰ ਗੰਗੂ ਭੁੱਲਿਆ, ਨਾ ਸਾਨੂੰ ਸੁੱਚਾਨੰਦ ਭੁੱਲਿਆ, ਸੱਪਾਂ ਦੇ ਬੱਚੇ ਸੱਪ ਕਹਿਣ ਵਾਲਾ, ਪਰ ਸਾਨੂੰ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਵੀ ਯਾਦ ਹੈ ਜਿਸ ਨੇ ਹਾ ਦਾ ਨਾਰਾ ਮਾਰਿਆ ਸੀ। ਔਰ ਜੈਨ ਮਜ਼ਹਬ ਨਾਲ ਸੰਬੰਧ ਰੱਖਣ ਵਾਲੇ ਦੀਵਾਨ ਟੋਡਰਮਲ ਜਿਨ੍ਹਾਂ ਦੀ ਮੇਨ ਗੁਰਦੁਆਰਾ ਸਾਹਿਬ ਦਾ ਜਿਹੜਾ ਗੈਦਰਿੰਗ ਹਾਲ ਆ ਉਹ ਦੀਵਾਨ ਟੋਡਰਮਲ ਦੀ ਯਾਦ ਨੂੰ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਰੱਖਿਆ ਗਿਆ। ਸੋ ਇਹ ਦੁਪਹਿਰੇ 1 ਵਜੇ ਅੰਤਮ ਅਰਦਾਸ ਹੋਏਗੀ। ਔਰ ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀ ਪ੍ਰੈਜ਼ੈਂਸ ਜਾਂ ਗਿਣਤੀ ਦੇ ਨਾਲ ਉਹ ਮੈਸੇਜ ਜਾਂਦਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੀਪ ਸਿੱਧੂ ਦੇ ਅੰਤਮ ਸੰਸਕਾਰ ਵੇਲੇ ਜਿੰਨੀ ਵੱਡੀ ਗਿਣਤੀ 'ਚ ਲੋਕ ਪਹੁੰਚੇ, ਔਰ ਜਿਵੇਂ ਸੋਨੀਪਤ ਤੋਂ ਸ਼ੰਭੂ ਤੋਂ ਲੁਧਿਆਣੇ ਤੱਕ ਔਰ ਸੰਸਕਾਰ ਥਾਂ ਤੱਕ ਜਿੰਨੀ ਵੱਡੀ ਗੈਦਰਿੰਗ ਸੀ, ਅਸੀਂ ਇਹ ਅਪੀਲ ਵੀ ਕਰਾਂਗੇ ਇੱਥੇ ਵੀ ਜਿਹੜੇ ਸਾਡੇ ਵੀਰ ਭੈਣਾਂ ਜਿਨ੍ਹਾਂ ਦੇ ਪਿੱਛੇ ਰਿਸ਼ਤੇਦਾਰ, ਭੈਣ ਭਰਾ, ਸੱਜਣ, ਦੋਸਤ ਨੇ, ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਪਾਰਟਿਸਪੇਸ਼ਨ ਹੋਏ ਤਾਂ ਕਿ ਇਹ ਮੈਸੇਜ ਜਾਏ ਕਿ ਜਿਸ ਕੌਜ਼ ਦੇ ਲਈ ਦੀਪ ਸਿੱਧੂ ਖੜੇ ਸੀ, ਇਹ ਨਹੀਂ ਹੈ। ਠੀਕ ਹੈ, ਭਾਵੁਕਤਾ ਦੇ ਵਿੱਚ ਕਈ ਵਾਰ ਉਨਾ ਕੁ ਵਕਤ ਲੋਕ ਰਹਿੰਦੇ ਨੇ, ਫਿਰ ਭੁੱਲ ਭੁਲਾ ਜਾਂਦੀਆਂ ਨੇ ਚੀਜ਼ਾਂ। ਸੋ ਅਸੀਂ ਸਮਝਦੇ ਹਾਂ ਕਿ ਇਸ ਦਾ ਇਮੀਡੀਏਟ ਇਫੈਕਟ ਤਾਂ ਈਵਨ ਅੱਜ ਹੀ ਅਮਰਗੜ੍ਹ 'ਚ ਵੀ ਦੇਖਣ ਨੂੰ ਮਿਲਿਆ, ਕਿਉਂਕਿ ਬਹੁਤ ਸਾਰੇ ਕਲਾਕਾਰ ਔਰ ਦੂਸਰੇ ਜਿਹੜੇ ਉੱਥੇ ਵੀ ਪਹੁੰਚੇ ਸੰਸਕਾਰ ਵੇਲੇ, ਉਹਨਾਂ ਨੇ ਦੇਖਿਆ ਕਿ ਭਾਈ ਦੀਪ ਬਾਈ ਦੀ ਅਸੀਂ ਅੰਤਮ ਇੱਛਾ ਪੂਰੀ ਕਰਨੀ ਹੈ ਕਿ ਅਮਰਗੜ੍ਹ ਤੋਂ ਮਾਨ ਸਾਹਿਬ ਨੂੰ ਜਿਤਾਣਾ। ਸੋ ਉਹਨਾਂ 'ਚੋਂ ਇੱਕ ਅੱਧੇ ਐਸੇ ਦਾ ਵੀ ਨਾਂ ਹੈ ਜਿਹੜਾ ਕਿ ਕਾਂਗਰਸ ਦੇ ਵਿੱਚ ਕਿਸੇ ਦੀ ਹਮਾਇਤ ਕਰ ਰਿਹਾ ਸੀ ਜਾਂ ਕਾਂਗਰਸੀ ਹੈ, ਲੇਕਿਨ ਉਹਨੇ ਕਿਹਾ ਵੀ ਨਹੀਂ, ਮੈਂ ਇੱਥੇ ਆ ਕੇ ਇਹ ਕਰਨਾ। ਸੋ ਇਹ ਇਮੀਡੀਏਟ ਇਫੈਕਟ ਤਾਂ ਦੇਖਣ 'ਚ ਹੈ, ਲੇਕਿਨ ਅਸੀਂ ਸਮਝਦੇ ਹਾਂ ਕਿ ਅੰਤਮ ਅਰਦਾਸ ਦੇ ਮੌਕੇ ਵੱਡੀ ਗਿਣਤੀ 'ਚ ਉੱਥੇ ਸਿੱਖ ਸੰਗਤਾਂ ਦੀ ਮੌਜੂਦਗੀ, ਔਰ ਇਹ ਮੈਸੇਜ ਵੀ ਹੋਏਗੀ ਕਿ ਜਿਸ ਸੋਚ ਨੂੰ ਦੀਪ ਸਿੱਧੂ ਅਪਣਾਇਆ ਹੋਇਆ ਸੀ, ਕੌਮ ਦੀ ਸੋਵਰਨਿਟੀ, ਪੰਜਾਬ ਦੀ ਅਣਖ, ਪੰਜਾਬ ਦੀ ਗੈਰਤ, ਔਰ ਉਹਨਾਂ ਨੇ ਆਪਣੀ ਜਿਹੜਾ ਇੱਕ ਫੋਰਮ ਵਾਂਗ ਜਿਹੜੀ ਜਥੇਬੰਦੀ ਵੀ ਫਲੋਟ ਕੀਤੀ ਸੀ, ਜਿਹੜੀ ਕਿ ਕੋਈ ਪ੍ਰੋਪਰ ਨਾ NGO ਸੀ, ਨਾ ਕੋਈ ਪੋਲੀਟੀਕਲ ਪਾਰਟੀ ਸੀ, ਵਾਰਿਸ ਪੰਜਾਬ ਦੇ। ਸੋ ਜ਼ਾਹਰ ਹੈ ਵੀ ਜਦੋਂ ਅਸੀਂ ਪੰਜਾਬ ਦੇ ਹੈਰੀਟੇਜ ਦੀ ਗੱਲ ਕਰਦੇ ਹਾਂ, ਬਹੁਤ ਵਾਰ ਖਾਲਿਸਤਾਨ ਲਫ਼ਜ਼ ਨੂੰ ਜਾਂ ਖਾਲਿਸਤਾਨ ਦੀ ਮੰਗ ਨੂੰ ਫਿਰਕੂ ਬਣਾ ਕੇ ਇੱਕ ਥਿਓਲੋਜੀਕਲ ਸਟੇਟ ਵਾਂਗ ਪੇਸ਼ ਕੀਤਾ ਜਾਂਦਾ ਹੈ। ਮੈਂ ਸਮਝਦਾ ਵੀ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਲਗਭਗ 40 ਸਾਲ ਦਾ ਰਾਜ, ਔਰ ਉਹਨਾਂ ਦੇ ਜਾਣ ਤੋਂ ਬਾਅਦ ਵੀ 10 ਸਾਲ, ਜਿੱਥੇ ਪੂਰੀ ਇੱਕ ਸਦੀ 1699 ਤੋਂ ਲੈ ਕੇ 1799 ਤੱਕ ਸਿੱਖਾਂ ਨੇ ਆਪਣੀ ਹੋਂਦ ਦੀ ਲੜਾਈ ਲੜੀ,
ਮੁਗਲਿਆ ਸਾਮਰਾਜ ਨਾਲ ਵੀ, ਦਰਾ ਖੈਬਰ ਪਾਰ ਵਾਲਿਆਂ ਨਾਲ ਵੀ, ਘੱਲੂਘਾਰੇ ਹੋਏ, ਸਿਰਾਂ ਦੇ ਮੁੱਲ ਰੱਖੇ ਗਏ, ਬੰਦ ਕਟਾਣਾ, ਖੋਪਰੀਆਂ ਲੁਹਾਣਾ, ਚਰਖੀਆਂ ਤੇ ਚੜਾਉਣਾ, ਇਹ ਸਾਡਾ ਇਤਿਹਾਸ ਹੈ। ਲੇਕਿਨ 100 ਸਾਲ ਦੀ ਇਸ ਜਦੋਜਹਿਦ ਤੋਂ ਬਾਅਦ ਜਦੋਂ ਸਿਆਸੀ ਪਾਵਰ 1799 ਦੇ ਵਿੱਚ ਮਿਲਦੀ ਹੈ ਔਰ ਸਮੁੱਚੇ ਰਾਜ ਦੇ ਵਿੱਚ ਕਦੇ ਵੀ ਇੱਕ ਵੀ ਮੁਸਲਮਾਨ ਜਿਹੜਾ ਹੈ ਉਹ ਕੋਈ ਪਰਸੀਕਿਊਸ਼ਨ ਦਾ ਸ਼ਿਕਾਰ ਨਹੀਂ ਹੋਇਆ। ਰਾਦਰ ਇਸ ਦੇ ਉਲਟ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਜਿਹੜੇ ਟਰਸਟਵਰਦੀ ਵਜ਼ੀਰ ਫਕੀਰ ਅਜ਼ੀਜ਼ੁਦੀਨ, ਉਹਨਾਂ ਦੇ ਫੋਰਨ ਮਿਨਿਸਟਰ ਵੀ ਔਰ ਉਹਨਾਂ ਦੇ ਕੌਨਸ਼ੀਅਸ ਕੀਪਰ ਸਨ, ਉਹਨਾਂ ਦੇ ਭਰਾ ਵੀ ਵਜ਼ੀਰ ਸਨ ਫੌਜ ਦੇ ਵਿੱਚ ਵੀ, ਔਰ ਬਰਾਬਰ ਜੇ ਦਰਬਾਰ ਸਾਹਿਬ ਨੂੰ ਜਿਹੜਾ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਭੇਟ ਕੀਤਾ ਅਤੇ ਜਗਨਨਾਥਪੁਰੀ ਦੇ ਮੰਦਰ ਲਈ ਵੀ ਔਰ ਲਾਹੌਰ ਦੀ ਵੱਡੀ ਮਸੀਤ ਲਈ ਵੀ, ਔਰ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਉਸ ਵੇਲੇ ਦੇ ਸਿੱਖ ਰਾਜ ਦੇ ਧਰਮਸ਼ਾਲਾ, ਪਾਠਸ਼ਾਲਾ, ਮਦਰਸਾ, ਇਹਨਾਂ ਦੇ ਲਈ ਜਿਹੜੀਆਂ ਨੇ ਉਹ ਅਲੱਗ ਵਜ਼ੀਫੇ ਦਿੱਤੇ ਜਾਂਦੇ ਸੀ ਤਾਂ ਕਿ ਜਿਹੜੇ ਹਿੰਦੂ ਬੱਚੇ ਬੱਚੀਆਂ ਪਾਠਸ਼ਾਲਾਵਾਂ 'ਚ ਸੰਸਕ੍ਰਿਤ ਹਿੰਦੀ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੇ ਲਈ, ਮੁਸਲਮਾਨ ਬੱਚੇ ਬੱਚੀਆਂ ਮਦਰਸਿਆਂ ਦੇ ਵਿੱਚ ਅਰਬੀ ਫਾਰਸੀ ਉਸ ਦੇ ਲਈ, ਔਰ ਜ਼ਾਹਰ ਹੈ ਧਰਮਸ਼ਾਲਾ ਜਿਸ ਦੇ ਵਿੱਚ ਗੁਰਮੁਖੀ ਅੱਖਰ ਪੜ੍ਹਾਏ ਜਾਂਦੇ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਸਿੱਖ ਧਰਮ ਦਾ ਬੇਸ ਜਾਂ ਆਧਾਰ ਜਿਹੜਾ ਉਹਦੇ 'ਚ ਨਫ਼ਰਤ ਨਾਂ ਦੀ ਕੋਈ ਚੀਜ਼ ਨਹੀਂ ਹੈ ਔਰ ਲੜਾਈ। ਔਰ ਇਹ ਤੁਸੀਂ ਸਾਰੀ ਦੀਪ ਸਿੱਧੂ ਦੀਆਂ ਪ੍ਰੈਜੈਂਟੇਸ਼ਨਸ ਵੀ ਦੇਖੋਗੇ ਕਿਉਂਕਿ TV 84 ਨੇ ਉਹਨਾਂ ਨੂੰ ਵਕਤਨ ਬਾ ਵਕਤਨ ਇੰਟਰਵਿਊ ਕੀਤਾ ਔਰ ਉਹ ਆ ਰਿਹਾ ਕਿ ਉਹਨਾਂ ਦਾ ਜਿੰਨਾ ਵੀ ਕੰਸਰਨ ਸੀ ਉਹ ਫੋਕਸ ਸੀ ਸਟੇਟ ਦੇ ਖਿਲਾਫ ਕਿ ਭਾਈ ਇੰਡੀਅਨ ਸਟੇਟ ਪੰਜਾਬ ਨਾਲ ਧੱਕਾ ਕਰਦੀ ਹੈ, ਸਾਡੇ ਇਕਨੋਮਿਕਲ ਸੋਰਸ ਖੋਏ ਹੋਏ ਨੇ, ਸਾਡੀਆਂ ਨਸਲਾਂ ਜਿਹੜੀਆਂ ਉਹ ਸੇਫ ਨਹੀਂ ਰਹਿਣਗੀਆਂ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਜਿਹੜਾ ਉਹਨੂੰ ਡਿਪਰਾਈਵ ਕੀਤਾ ਜਾ ਰਿਹਾ। ਸੋ ਇਸ ਲਈ ਉਹਨਾਂ ਨੇ ਜੇ ਫਖਰ ਵੀ ਦਿੱਤਾ ਤੇ ਵਾਰਿਸ ਪੰਜਾਬ ਦੇ ਕਹਿ ਕੇ ਕਿ ਭਾਈ ਅਸੀਂ ਤਾਂ ਉਹ ਪੰਜਾਬ ਜਿਹਦਾ ਗਲੋਰੀਅਸ ਪਾਸਟ ਹੈ ਉਸ ਦੇ ਪ੍ਰੈਜ਼ੈਂਟ ਨੂੰ ਵੀ ਗਲੋਰੀਅਸ ਬਣਾਉਣਾ ਚਾਹੁੰਦੇ ਔਰ ਅਸੀਂ ਪੰਜਾਬ ਦੇ ਫਿਊਚਰ ਨੂੰ ਵੀ ਜਿਹੜਾ ਗਲੋਰੀਅਸ ਬਣਾਉਣਾ ਚਾਹੁੰਦੇ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਸਾਂਝ ਦਾ ਮੈਸੇਜ ਹੈ ਜਿਸ ਦੇ ਵਿੱਚ ਇੱਕ ਭਰਾਤਰੀ ਭਾਵ ਦਾ ਬੌਂਡ ਹੈ ਜਿੱਥੇ ਔਰ ਈਵਨ ਜੇ ਤੁਸੀਂ ਡੈਕਲੇਰੇਸ਼ਨ ਆਫ ਖਾਲਿਸਤਾਨ 29 ਅਪ੍ਰੈਲ ਦਾ ਐਲਾਨਨਾਮਾ ਦੇਖੋ ਉਸ ਦੇ ਵਿੱਚ ਬੜਾ ਕਲੀਅਰਲੀ ਮੈਂਸ਼ਨ ਹੈ ਕਿ ਭਾਈ ਇੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਜਿਹੜਾ ਹੈ ਉਹ ਖੁਸ਼ੀਆਂ ਮਾਣ ਸਕਣਗੇ, ਪਰਸਿਊਟ ਆਫ ਹੈਪੀਨੈਸ ਕਰ ਸਕਣਗੇ। ਔਰ ਇਸ ਦੇ ਬਾਵਜੂਦ ਕਿਸ ਅੰਦਾਜ਼ ਦੇ ਵਿੱਚ ਖਾਲਿਸਤਾਨ ਲਫ਼ਜ਼ ਨੂੰ ਇੱਕ ਡਰਟੀ ਲਫ਼ਜ਼ ਬਣਾ ਦਿੱਤਾ ਗਿਆ ਔਰ ਕਿਸ ਅੰਦਾਜ਼ ਦੇ ਵਿੱਚ ਈਵਨ ਇਲੈਕਸ਼ਨਾਂ ਤੋਂ ਠੀਕ ਪਹਿਲਾਂ ਜਿਹੜੀ ਡਿਬੇਟ ਕੇਜਰੀਵਾਲ, ਕੁਮਾਰ ਵਿਸ਼ਵਾਸ, ਅਮਿਤ ਸ਼ਾਹ ਬੋਲਿਆ, ਮੋਦੀ ਬੋਲਿਆ, ਰਾਹੁਲ ਗਾਂਧੀ ਬੋਲਿਆ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਵੀਰ ਸੰਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਟੋਰਾਂਟੋ ਬੇਸਡ ਨੇ, ਪਹਿਲਾਂ ਵੀ ਉਹਨਾਂ ਨੇ ਪਿਛਲੇ ਵਰ੍ਹੇ 'ਚ ਵੀ ਸਪਾਂਸਰ ਕੀਤਾ ਹੈ ਔਰ ਜਿੰਨੇ ਕੁ ਨੁਕਤੇ ਮੈਂ ਸਾਹਮਣੇ ਲਿਆਂਦੇ ਨੇ ਕਿ ਭਾਈ ਇਹ ਸਾਰੇ ਪੀਰੀਅਡ 'ਚ ਸਾਡੇ ਫਰਜ਼ ਵੀ ਨੇ ਕਿ ਠੀਕ ਹੈ ਅਸੀਂ ਐਜ਼ ਐਨ ਐਂਟਿਟੀ ਜਦੋਂ ਅਸੀਂ ਦੇਖਦੇ ਹਾਂ ਕਿ ਸਾਡਾ ਯਕੀਨ ਹੈ ਕਿ ਉਸ ਇਲੈਕਸ਼ਨ ਸਿਸਟਮ ਦੀ ਪ੍ਰੋਸੈਸ 'ਚੋਂ ਸਿੱਖ ਕੌਮ ਦੀ ਆਜ਼ਾਦੀ ਨਹੀਂ ਨਿਕਲਣੀ, ਕੁਛ ਨਹੀਂ ਨਿਕਲਣਾ ਹੈ। ਇਸ ਲਈ ਜਿਹੜਾ ਅਸੀਂ ਉਹਨਾਂ ਦੇ ਸਿਸਟਮ 'ਚ ਕਿਉਂਕਿ ਤੁਸੀਂ ਹੁਣ ਵੀ ਦੇਖੋ ਜਦੋਂ ਅਖੀਰਲੇ ਪੀਰੀਅਡ ਦੇ ਵਿੱਚ ਜਿਸ ਕਿਸਮ ਦੀ ਡਿਬੇਟ ਖੜੀ ਕਰ ਦਿੱਤੀ ਗਈ ਹੈ ਇਹ ਕਾਹਦੇ ਲਈ ਹੈ। ਇਸੇ ਪਿਛਲੀਆਂ 2017 ਦੀਆਂ ਅਸੈਂਬਲੀ ਚੋਣਾਂ ਤੋਂ ਠੀਕ ਪਹਿਲਾਂ ਮੌੜ ਮੰਡੀ, ਬੰਬ ਧਮਾਕਾ ਔਰ ਉਸ ਨਾਲ ਜੁੜੀ ਹੋਈ ਡਿਬੇਟ ਉਹਦਾ ਕੀ ਰੀਜ਼ਨ ਸੀ ਅਸੀਂ ਉਹਨੂੰ ਡਿਸਕਸ ਕਰਾਂਗੇ ਕਿ ਭਾਈ ਉਹੀ ਪੈਟਰਨ ਫੋਲੋ ਕੀਤਾ ਜਾ ਰਿਹਾ ਔਰ ਲੇਕਿਨ ਇਸ ਦੇ ਬਾਵਜੂਦ ਜਿਵੇਂ ਅਸੀਂ ਸਮਝਦੇ ਹਾਂ ਵੀ ਜਿਹੜੇ ਲੋਕਾਂ ਨੇ ਉੱਥੇ ਰਹਿਣਾ ਉਹਨਾਂ ਨੇ ਡੇ ਟੂ ਡੇ ਆਪਣੇ ਕੰਮ ਵੀ ਕਰਵਾਉਣੇ ਨੇ, ਬੱਚੇ ਬੱਚੀਆਂ ਦੀਆਂ ਨੌਕਰੀਆਂ ਵੀ ਨੇ, ਟਰਾਂਸਫਰਸ ਵੀ ਨੇ, ਇਲਾਕੇ 'ਚ ਲੋਕਾਂ ਨੇ ਸੜਕਾਂ ਔਰ ਗਲੀਆਂ ਪੱਕੀਆਂ। ਉੱਥੇ ਦਾ ਏਜੰਡਾ ਹੀ ਇਹ ਹੁੰਦਾ, ਇੱਥੇ ਕਦੇ ਤੁਸੀਂ ਦੇਖਿਆ ਕਦੇ ਕਾਂਗਰਸਮੈਨ ਜਾਂ ਅਸੈਂਬਲੀਮੈਨ ਇਲੈਕਸ਼ਨ ਲਈ ਕਹੇ ਜੀ ਮੈਂ ਤੁਹਾਡੀ ਇਹ ਗਲੀ ਬਣਾ ਦਿਆਂਗਾ, ਇੱਥੇ ਪੁਲ ਬਣਾ ਉਹਨਾਂ ਨੇ ਤਾਂ ਫਸਾਇਆ ਹੀ ਉੱਥੇ ਹੋਇਆ ਉਹਨਾਂ ਨੂੰ। ਹਾਲਾਂਕਿ ਕਿਸੇ ਵੀ ਹਕੂਮਤ ਦਾ ਜਿਹੜੀ ਟੈਕਸ ਲੈਂਦੀ ਆ ਲੋਕਾਂ ਦਾ ਇਹ ਤਾਂ ਉਹਨਾਂ ਦਾ ਹਿੱਸਾ ਹੁੰਦਾ, ਪਾਰਟ ਆਫ ਦੇਅਰ ਡਿਊਟੀ। ਲੇਕਿਨ ਸਾਡੇ ਇਹਨੂੰ ਹੀ ਇਵੇਂ ਫ੍ਰੀ ਵੀ ਬਣਾਇਆ ਹੋਇਆ ਇਹ ਸਾਰੀ ਚੀਜ਼ ਨੂੰ ਕਿ ਇਸ ਦੇ ਉੱਤੇ ਹੀ ਸਾਰਾ ਜ਼ੋਰ ਖੜਾ ਕੀਤਾ ਹੁੰਦਾ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਮੀਡੀਆ ਦਾ ਇੱਕ ਆਪਣਾ ਸੈਂਟਰਲ ਰੋਲ ਹੈ ਔਰ ਜਿਵੇਂ ਸੰਦੀਪ ਸਿੰਘ ਹੋਰਾਂ ਨੇ ਕਿਹਾ ਕਿ ਅਸੀਂ ਜਿੱਥੇ ਪੰਜਾਬ ਦੀਆਂ ਜਿਹੜੀਆਂ ਪੰਥਕ ਧਿਰਾਂ ਨੇ ਖਾਸ ਤੌਰ 'ਤੇ ਇਸ ਵੇਲੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਆਪਣੀ ਸੀਟ ਵੀ ਇੱਕ
ਵਕਾਰੀ ਸੀਟ ਹੈ। ਔਰ ਪੰਜਾਬ ਦੇ ਵਿੱਚ ਇੱਕ ਨਵਾਂ ਟ੍ਰੈਂਡ ਜਿਹੜਾ ਦੇਖਣ 'ਚ ਆਇਆ ਸਾਰੇ ਪਿਛਲੇ ਪੀਰੀਅਡ, ਜਿਵੇਂ ਲੱਗਦਾ ਸੀ ਕਿ ਸੋਵਰਨਿਟੀ ਦਾ ਇਸ਼ੂ, ਖਾਲਿਸਤਾਨ ਦਾ ਇਸ਼ੂ ਗਾਇਬ ਕਰ ਦਿੱਤਾ ਗਿਆ। ਉੱਪਰੋਂ ਥੱਲੀ ਜਿਹੜੀਆਂ ਘਟਨਾਵਾਂ ਕਿਸਾਨ ਮੋਰਚੇ ਤੋਂ ਬਾਅਦ ਵੀ ਹੋਈਆਂ ਨੇ, ਉਹ ਦਿੱਲੀ ਦੇ ਵਿੱਚ ਸਿੱਖ ਬੱਚੀ ਦੇ ਨਾਲ ਕਸਤੂਰਬਾ ਨਗਰ 'ਚ ਹੋਇਆ ਸ਼ਰਮਨਾਕ ਵਰਤਾਰਾ ਹੋਏ, ਜਾਂ ਹੁਣ ਅਸੀਂ ਈਵਨ ਹਿਜਾਬ ਇਸ਼ੂ ਦੇ ਉੱਤੇ ਵੀ ਦੇਖਦੇ ਹਾਂ ਕਿ ਯੰਗਸਟਰਸ ਦੇ ਵਿੱਚ, ਔਰ ਮੈਂ ਜਿਵੇਂ ਅੱਗੇ ਵੀ ਕਿਹਾ ਸੀ ਕਿ ਜਿਵੇਂ ਸਾਡੇ ਇਸ ਬੱਚੇ ਬੱਚੀਆਂ ਉੱਥੇ ਜਿਵੇਂ ਆਰਟੀਕੂਲੇਸ਼ਨ ਨਾਲ ਗੱਲ ਕਰਦੇ, ਮੈਨੂੰ ਫਖਰ ਮਹਿਸੂਸ ਹੁੰਦਾ ਹੈ ਕਿ ਵੀ ਪੰਜਾਬ 'ਚ ਬੈਠਿਆਂ ਉਹਨਾਂ ਦੀਆਂ ਅੱਖਾਂ ਖੁੱਲ੍ਹੀਆਂ ਨੇ ਕਿ ਦੁਨੀਆ ਭਰ 'ਚ ਕੀ ਹੋ ਰਿਹਾ ਹੈ। ਸੋਸ਼ਲ ਮੀਡੀਆ ਦਾ ਇਹਦੇ 'ਚ ਪੋਜ਼ੀਟਿਵ ਰੋਲ ਵੀ ਹੈ। ਹਾਲਾਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਵੱਡਾ ਤਬਕਾ ਫੇਸਬੁੱਕੀ ਵਿਦਵਾਨ ਹੀ ਬਣਿਆ ਹੋਇਆ, ਉਹ ਖਾਮਖਾਹ ਦੀਆਂ ਕੰਟਰੋਵਰਸੀਜ਼ ਵੀ ਛੇੜਦੇ ਨੇ। ਪਰ ਕੁੱਲ ਮਿਲਾ ਕੇ ਲੋਕਾਂ ਦੇ ਅੰਦਰ ਜਾਗਰੂਕਤਾ ਹੈ ਔਰ ਇਹ ਸਮਝ ਹੈ ਕਿ ਭਾਈ ਸਾਡਾ ਪੰਜਾਬ, ਜੇ ਅਸੀਂ ਇਹਨੂੰ ਨਾ ਸੰਭਾਲਿਆ, ਪੰਜਾਬ 'ਚ ਪਾਣੀ ਦਾ ਜ਼ਮੀਨ ਦੇ ਥੱਲੇ ਜਾ ਰਿਹਾ ਲੈਵਲ, ਪੋਲਿਊਟਿਡ ਵਾਟਰ, ਕੈਂਸਰ ਜਿਸ ਕਿਸਮ ਦਾ ਸਾਰੀ ਮਾਲਵਾ ਬੈਲਟ ਕੈਂਸਰ ਦਾ ਸ਼ਿਕਾਰ ਹੈ, ਔਰ ਬੇਰੁਜ਼ਗਾਰੀ ਜਿਸ ਲੈਵਲ 'ਤੇ, ਸੁਸਾਈਡਸ, ਔਰ ਦੂਸਰਾ ਐਜੂਕੇਸ਼ਨ ਦਾ ਮਾੜਾ ਹਾਲ, ਔਰ ਜਿਵੇਂ ਜਿੰਨੀ ਵੱਡੀ ਗਿਣਤੀ 'ਚ ਪੰਜਾਬ ਦੇ ਬੱਚੇ ਬੱਚੀਆਂ ਜਿਹੜੇ ਨੇ ਉਹ ਛੱਡ ਕੇ ਜਾ ਰਹੇ ਨੇ ਬੈਟਰ ਫਿਊਚਰ ਲਈ। ਸੋ ਉਹਦੇ ਲਈ ਲੋਕ ਚਿੰਤਤ ਨੇ। ਔਰ ਜ਼ਾਹਰ ਹੈ ਕਿ ਅਲਟੀਮੇਟ ਮਾਡਲ ਤਾਂ ਖਾਲਿਸਤਾਨ ਹੀ ਇੱਕ ਮਾਡਲ ਹੋਏਗਾ ਜਿਹੜਾ ਇੱਕ ਰੋਲ ਮਾਡਲ ਸਟੇਟ ਦੇ ਤੌਰ 'ਤੇ, ਨਾ ਸਿਰਫ ਉਸ ਖਿੱਤੇ ਦੇ ਲਈ। ਔਰ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਲੋਕ ਤਾਂ ਇਹਨਾਂ ਡਿਬੇਟ 'ਚ ਫਸਾ ਦਿੰਦੇ ਨੇ ਕਿ ਜੀ ਲੈਂਡ ਲੌਕਡ ਕੰਟਰੀ ਹੈ ਔਰ ਕੀ ਹੋਏਗਾ ਕੀ ਨਹੀਂ। ਮੇਰਾ ਇਹ ਮੰਨਣਾ ਹੈ ਕਿ ਜੇ ਅਸੀਂ ਈਵਨ ਜਨਰਲ ਹਿਸਾਬ ਦੇ ਨਾਲ ਵੀ ਦੇਖੀਏ ਤੇ ਜਿੰਨਾ ਪੋਟੈਂਸ਼ੀਅਲ ਸਿੱਖ ਕੌਮ 'ਚ ਹੈ, ਡਾਇਸਪੋਰਾ ਇਸ ਵੇਲੇ 5 ਤੋਂ 6 ਮਿਲੀਅਨ ਸਿੱਖ ਬਾਹਰ ਨੇ, ਜਿਵੇਂ ਹਰ ਫੀਲਡ ਦੇ ਇਹ ਸਿੱਖ ਨੇ। ਔਰ ਇਹ ਵੀ ਇੱਕ ਖੂਬਸੂਰਤੀ ਹੈ ਕਿ ਜੇ ਕਿਸਾਨ ਮੋਰਚੇ ਦੇ ਚੱਲਦੇ ਹਾਂ, ਜਿੱਥੇ ਅਸੀਂ ਕਿਸਾਨ ਲੀਡਰਸ਼ਿਪ ਦਾ ਨਕੰਮਾਪਨ ਦੇਖਿਆ, ਉੱਥੇ ਸਿੱਖ ਕੌਮ ਦਾ ਔਰ ਪੰਜਾਬੀਆਂ ਦਾ ਵੀ ਇਸ ਮਾਮਲੇ, ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਈਵਨ ਇਹ ਪਹਿਲੀ ਸ਼ਾਇਦ ਐਜੀਟੇਸ਼ਨ ਹੋਏਗੀ ਪਿਛਲੇ 75 ਸਾਲ 'ਚ ਜਿਹਦੇ 'ਚ ਕਿ ਸ਼ਹਿਰੀ ਵਪਾਰੀ, ਆੜਤੀ ਔਰ ਕਾਮਨਰ ਵੀ ਜਿਹੜਾ ਹੈ, ਔਰ ਖ਼ਾਸ ਤੌਰ 'ਤੇ ਅਸੀਂ ਹਰਿਆਣਾ, ਵੈਸਟਰਨ ਯੂਪੀ ਦੇ ਜਾਟ ਔਰ ਦੂਸਰੇ, ਕਿਸੇ ਨੇ ਆਪਣਾ ਰੈਸਟੋਰੈਂਟ ਖਤਰੇ 'ਚ ਪਾ ਦਿੱਤਾ ਹੈ, ਕਿਸੇ ਨੇ ਆਪਣਾ ਸਾਰਾ ਕਰਕੇ ਉਹ ਆ ਕੇ ਜੁੜੇ, ਔਰ ਉਹਨਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ ਵੀ ਸਿੱਖੀ ਦੇ ਵਿੱਚ ਜਿਹੜੀ ਸਾਂਝ, ਪਿਆਰ, ਹਰ ਇੱਕ ਦੀ ਹਮਦਰਦੀ ਔਰ ਜ਼ਾਤ ਪਾਤ ਤੋਂ ਵੱਖਰਾ ਉਹਨਾਂ ਨੂੰ ਇਹ ਲੱਗਦਾ। ਔਰ ਇਹ ਹਰਿਆਣਾ, ਰਾਜਸਥਾਨ ਦੂਜੇ ਦੇ ਉਹ ਆ ਕੇ ਲੋਕ ਕਹਿੰਦੇ ਸੁਣੇ ਗਏ ਕਿ ਜੇ ਇਹੀ ਖਾਲਿਸਤਾਨ ਹੈ ਤੇ ਅਸੀਂ ਉਸੇ ਹੀ ਖਾਲਿਸਤਾਨ 'ਚ ਰਹਿਣਾ ਚਾਹਾਂਗੇ। ਕੇਰਲਾ ਦਾ ਫਾਰਮਰ ਆ ਕੇ ਉਹ ਕਹਿੰਦਾ ਕਿ ਬਈ ਸਿੱਖੋ, ਤੁਸੀਂ ਇੱਥੇ ਤਾਂ ਖਾਲਿਸਤਾਨ ਬਣਾਇਆ ਹੋਇਆ, ਸਾਨੂੰ ਵੀ ਖਾਲਿਸਤਾਨ 'ਚ ਲੈ ਆਓ, ਸਾਰੇ ਹਿੰਦੁਸਤਾਨ ਨੂੰ ਬਣਾ ਦਿਓ। ਹੁਣ ਇਹ ਬੇਸ਼ੱਕ ਇੱਕ ਜਿਹੜਾ ਵਲਵਲਾ ਹੀ ਹੈ, ਕੁਝ ਚੀਜ਼ਾਂ ਇਨ ਰਿਐਲਿਟੀ ਨੇ, ਕੋਈ ਮਤਲਬ ਇਹ ਨਹੀਂ ਹੈ ਵੀ ਤੁਸੀਂ ਦੂਸਰਿਆਂ ਦੇ ਹੱਕ ਖੋਹਣੇ ਨੇ। ਅਸੀਂ ਸਮਝਦੇ ਹਾਂ ਵੀ ਜਿਹੜੇ ਭਾਰਤ ਇੱਕ ਆਰਟੀਫਿਸ਼ੀਅਲ ਯੂਨੀਅਨ ਹੈ, ਉੱਥੇ ਅੱਡ-ਅੱਡ ਸੱਭਿਆਚਾਰਾਂ ਦੇ ਲੋਕ ਨੇ। ਚੰਗਾ ਹੁੰਦਾ ਫੈਡਰਲ ਸਿਸਟਮ ਠੀਕ ਢੰਗ ਨਾਲ ਕੰਮ ਕਰਦਾ, ਜਿਵੇਂ ਅਮਰੀਕਾ 'ਚ ਹੈ, 50 ਸਟੇਟਾਂ ਨੇ, ਸਟੇਟਾਂ ਦੇ ਆਪਣੇ ਰਾਈਟਸ ਨੇ ਦੂਜੇ, ਫਿਰ ਅਸੀਂ ਇਸ ਹੱਦ ਤੱਕ ਨਹੀਂ ਸੀ ਪਹੁੰਚਣਾ। ਔਰ ਇਹੀ ਸਿੱਖਾਂ ਦੀ ਮੰਗ ਆਟੋਨਮੀ, ਖੁਦ ਮੁਖਤਾਰੀ, ਅਨੰਦਪੁਰ ਦਾ ਮਤਾ ਸੀ। ਪਰ ਜੇ ਹੁਣ ਤੁਸੀਂ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਾਰੀ ਨਸਲ ਹੀ ਮੁਕਾਉਣਾ ਚਾਹੁੰਦੇ ਹੋ ਤੇ ਫਿਰ ਉਹਦਾ ਕੀ ਜਵਾਬ ਹੋਣਾ ਸੀ? ਉਹਦਾ ਜਵਾਬ ਫਿਰ ਖਾਲਿਸਤਾਨ ਹੀ ਹੈ। ਔਰ ਅਸੀਂ ਜ਼ਿਕਰ ਕਰਾਂਗੇ ਇਸ ਸਾਰੇ ਮੁੱਦੇ ਦੇ ਉੱਤੇ ਦੀਪ ਸਿੱਧੂ ਨਾਲ ਸੰਬੰਧਿਤ ਇੱਕ ਟੌਪਿਕ ਦੇ ਵਿੱਚ ਵੀ। ਪਰ ਮੈਂ ਨਾਲ ਦੀ ਨਾਲ ਇਹ ਵੀ ਦੱਸਦੇ ਹਾਂ ਕਿ ਕੱਲ੍ਹ ਜਿਹੜੀ ਹੈ ਫਰੀਡਮ ਰੈਲੀ, ਫਰੀਡਮ ਕਾਰ ਰੈਲੀ ਸਿੱਖਸ ਫॉर ਜਸਟਿਸ ਵੱਲੋਂ ਆਰਗੇਨਾਈਜ਼ ਕੀਤੀ ਜਾ ਰਹੀ ਹੈ। ਔਰ ਇਹ 11 ਵਜੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਤੋਂ ਸ਼ੁਰੂ ਹੋ ਕੇ ਅੱਡ-ਅੱਡ ਰਾਊਟ ਨੇ, ਦਰਸ਼ਕ ਦੇਖ ਸਕਦੇ ਨੇ ਉਹਦੇ ਸਕਰੀਨ ਦੇ ਉੱਤੇ। ਔਰ ਇਹ ਐਂਡ ਜਾ ਕੇ ਹੋਏਗੀ 64th ਸਟਰੀਟ ਦੇ ਉੱਤੇ ਇੰਡੀਅਨ ਕੌਂਸੂਲੇਟ ਦੇ ਸਾਹਮਣੇ। ਔਰ ਜ਼ਾਹਰ ਹੈ ਉੱਥੇ ਫਿਰ ਰੈਲੀ ਹੋਏਗੀ। ਸੋ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਜਿੰਨੇ ਵੀ ਪਹੁੰਚ ਸਕਦੇ ਨੇ ਉਹ ਜ਼ਰੂਰ ਪਹੁੰਚਣ। ਔਰ ਇਹ ਸਾਰੇ ਦੇ ਨਾਲ ਨਾਲ ਅਸੀਂ ਇਹ ਵੀ ਜਿਵੇਂ ਹਮੇਸ਼ਾ ਲੱਗਦਾ ਹੁੰਦਾ ਹੈ, ਪਿਛਲੇ ਹਫਤੇ ਤੋਂ ਵੀ ਜੇ ਕਿਸੇ ਨੇ ਮੈਨੂੰ ਪੁੱਛਿਆ ਕਿ ਵੀ ਚੋਣਾਂ ਦੇ ਕੀ ਨਤੀਜੇ ਹੋਣਗੇ, ਟ੍ਰੈਂਡ ਕਿਸ ਪਾਸੇ ਜਾ ਰਿਹਾ, ਤਾਂ ਮੇਰਾ ਇਹ ਕਹਿਣਾ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਅਖੀਰਲੇ 72 ਘੰਟੇ ਡਿਸਾਈਡ ਕਰਦੇ ਨੇ। ਕਿਉਂਕਿ ਜੇ 89 ਤੋਂ ਲੈ ਕੇ ਉਹ ਇਹਨਾਂ ਇਲੈਕਸ਼ਨਾਂ ਨੂੰ ਅਸੀਂ ਦੇਖੀਏ, 85 ਤੋਂ ਹੀ ਬੇਸ਼ੱਕ ਪਹਿਲੀ ਇਲੈਕਸ਼ਨ ਤਾਂ ਉਦੋਂ ਹੀ ਹਾਲਾਂ ਪੰਥਕ ਕਮੇਟੀ ਔਰ ਜੁਝਾਰੂ ਜਥੇਬੰਦੀਆਂ ਨੇ ਤਾਂ ਬਾਈਕਾਟ ਹੀ ਰੱਖਿਆ। 85 ਇਲੈਕਸ਼ਨ ਵੀ, 89 ਵੀ, ਭਾਵੇਂ 2-2, 3-3 ਲੱਖ ਵੋਟਾਂ ਦੇ ਨਾਲ ਆਪਣੇ ਜਿੱਤੇ ਕੈਂਡੀਡੇਟ ਸਰਸਿਮਰਨਜੀਤ ਸਿੰਘ ਮਾਨ
ਤਰਨ ਤਾਰਨ ਤੋਂ ਜਿੱਤੇ, ਰੋਪੜ ਤੋਂ ਔਰ ਬਠਿੰਡੇ ਤੋਂ ਸ਼ਹੀਦ ਬੇਅੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਉਹਨਾਂ ਦੀ ਸਿੰਘਣੀ ਸਾਹਿਬਾ ਬੀਬੀ ਬਿਮਲ ਕੌਰ ਖਾਲਸਾ ਰੋਪੜ ਤੋਂ ਲੱਖਾਂ ਵੋਟਾਂ ਨਾਲ ਮੈਂਬਰ ਪਾਰਲੀਮੈਂਟ ਬਣੇ। ਸ਼ਹੀਦ ਬੇਅੰਤ ਸਿੰਘ ਦੇ ਪਿਤਾ ਜੀ ਬਾਪੂ ਸੁੱਚਾ ਸਿੰਘ ਮਲੋਆ ਉਹ ਬਠਿੰਡੇ ਤੋਂ ਬਣੇ। ਇਸੇ ਤਰ੍ਹਾਂ ਅਤਿੰਦਰਪਾਲ ਸਿੰਘ ਜਿਹੜੇ ਜੇਲ੍ਹ ਦੇ ਵਿੱਚ ਸਨ ਉਹ ਪਟਿਆਲੇ ਤੋਂ ਬਣੇ। ਔਰ ਹੋਰ ਵੀ ਜਿਹੜੇ ਨੇ ਆਲਮੋਸਟ 8-9 ਕੈਂਡੀਡੇਟ ਪੰਥ ਪ੍ਰਸਤ ਵਿਚਾਰਧਾਰਾ ਵਾਲੇ ਸਨ। ਪਰ ਉਹਦੇ 'ਚ ਵੀ ਜਿਹੜਾ ਟ੍ਰੈਂਡ ਸੀ ਉਹ ਅਖੀਰਲੇ ਜਿਹੜਾ 2-3 ਦਿਨ ਦੇ ਵਿੱਚ ਹੀ ਬਦਲਿਆ ਸੀ। ਔਰ ਸਾਡਾ ਇਹ ਸੀ ਕਿ ਵੀ ਬੇਸ਼ੱਕ ਮੀਡੀਆ ਜਾਂ ਜਿਹੜੇ ਹੁਣ ਚੋਣ ਸਰਵੇ ਤਾਂ ਇੱਕ ਵੱਡਾ ਫਰਾਡ ਬਣ ਗਿਆ। ਹਰ ਪਾਰਟੀ ਨੇ ਰੱਖੇ ਹੋਏ ਨੇ ਜਿਹਨੂੰ ਮਰਜ਼ੀ ਪੈਸੇ ਦੇ ਕੇ ਜੋ ਮਰਜ਼ੀ ਤੁਸੀਂ ਉੱਥੋਂ ਕਰਵਾ ਲਓ ਜੀ ਕਿ ਫਲਾਂ ਉਹਦਾ ਨਤੀਜਾ ਹੈ ਤੇ ਫਲਾਂ ਜਿੱਤ ਰਿਹਾ ਤੇ ਫਲਾਂ ਟ੍ਰੈਂਡ ਹੈ। ਔਰ ਇੱਕ ਸਟੇਜ ਤੇ ਇਹ ਪ੍ਰੋਜੈਕਟ ਕੀਤਾ ਗਿਆ ਕਿ ਜੀ ਅਸਲੀ ਲੜਾਈ ਤੇ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਹੈ। ਔਰ ਫਿਰ ਆਮ ਆਦਮੀ ਨੂੰ ਕਾਫੀ ਐਜ ਦਿੱਤਾ ਗਿਆ ਔਰ ਕੇਜਰੀਵਾਲ ਔਰ ਭਗਵੰਤ ਮਾਨ ਦੇ ਚਿਹਰੇ ਤੇ ਵੀ ਆਈਆਂ ਲਾਲੀਆਂ ਦੱਸਦੀਆਂ ਸੀ ਕਿ ਵੀ ਉਹਨੇ ਆਪਣੀ ਸ਼ੇਰਵਾਨੀ ਦੇ ਉੱਤੇ ਇੱਕ ਵਾਰੀ ਫਿਰ ਜਾ ਕੇ ਪ੍ਰੈਸ ਮਾਰੀ ਹੈ। ਜਿਹੜਾ ਚੂੜੀਦਾਰ ਪਜਾਮਾ ਤੇ ਸ਼ੇਰਵਾਨੀ ਉਹਨੇ ਸੀਐਮ ਦਾ ਸਹੁੰ ਚੁੱਕਣ ਵੇਲੇ ਪਾਉਣ ਦਾ ਇਰਾਦਾ ਕੀਤਾ ਹੋਏਗਾ। ਲੇਕਿਨ ਅਸੀਂ ਇਹ ਵੀ ਮਹਿਸੂਸ ਕਰਦੇ ਸੀ ਕਿ ਭਾਰਤ ਦੀਆਂ ਏਜੰਸੀਆਂ ਇੱਕ ਗੱਲ ਦਾ ਧਿਆਨ ਰਹੇ, ਇਹਦਾ ਕੋਈ ਭੁਲੇਖਾ ਰੱਖਣਾ ਵੀ ਨਹੀਂ ਚਾਹੀਦਾ ਕਿ ਖੇਡ ਪੰਜਾਬ ਦੇ ਵਿੱਚ ਜਿਹੜੀ ਸਾਰੀ ਰਨ ਹੁੰਦੀ ਹੈ ਉਹ ਇੰਟੈਲੀਜੈਂਸ ਏਜੰਸੀਆਂ ਦੀ ਖੇਡ ਹੁੰਦੀ ਹੈ। ਕਿਹਨੂੰ ਉਭਾਰਨਾ ਹੈ, ਕਿਹਨੂੰ ਹਰਾਉਣਾ ਹੈ, ਕਿਹਨੂੰ ਕੀ ਕਰਨਾ ਹੈ। ਔਰ ਸਾਡੇ ਕੋਲ ਅੰਦਰੂਨੀ ਜਾਣਕਾਰੀ ਹੈ ਕਿ ਜਿੱਥੇ ਜੇ ਅਮਰਗੜ੍ਹ ਦੇ ਵਿੱਚ ਵੇਵ ਇੱਕ ਮਾਨ ਸਾਹਿਬ ਦੇ ਹੱਕ 'ਚ ਬਣੀ ਦੀਪ ਸਿੱਧੂ ਦੇ ਹਵਾਲੇ ਨਾਲ, ਤੇ ਨਾਲ ਦੀ ਨਾਲ ਉੱਥੇ ਏਜੰਸੀਆਂ ਨੇ ਆਪਣਾ ਕੰਮ ਵੀ ਸ਼ੁਰੂ ਕੀਤਾ ਹੈ। ਹੁਣ ਉਹ ਇਹ ਜਿਹੜੇ ਜਦੋਂ ਕਿ ਹੁਣ ਚੋਣ ਪ੍ਰਚਾਰ ਬੰਦ ਹੈ, ਇਹਨਾਂ 72 ਘੰਟਿਆਂ 'ਚ ਜਿਹੜਾ ਕੰਮ ਕੈਂਡੀਡੇਟਸ ਵੱਲੋਂ ਵੀ ਕੀਤਾ ਜਾਂਦਾ ਔਰ ਏਜੰਸੀਆਂ ਫੈਸਿਲੀਟੇਟ ਕਰਦੀਆਂ ਨੇ, ਉਹ ਹੈ ਵੀ ਕਿੱਥੇ ਨੋਟ ਵੰਡਣੇ ਨੇ, ਕਿੱਥੇ ਸ਼ਰਾਬ ਵੰਡਣੀ ਹੈ, ਕਿੱਥੇ ਕਿਹੜਾ ਫੈਕਟਰ ਯੂਜ਼ ਕਰਨਾ ਹੈ। ਔਰ ਐਨ ਅਖੀਰ ਮੌਕੇ 'ਤੇ ਕੁਛ ਇਸ ਕਿਸਮ ਦੀ ਖਬਰ ਨੂੰ ਜਿਹੜਾ ਉਹ ਮਲਟੀਪਲਾਈ ਕਰਕੇ ਪੇਸ਼ ਕਰਨਾ ਹੈ ਜਿਹਦੇ ਨਾਲ ਵੋਟਰ ਪ੍ਰਭਾਵਿਤ ਹੋਣ। ਹੁਣ ਅਸੀਂ ਦੇਖਦੇ ਹਾਂ ਵੀ ਪੰਜਾਬ ਦੇ ਸਿੱਖ ਵੋਟਰਾਂ ਨੂੰ ਤਾਂ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਕਾਫੀ ਹੱਦ ਤੱਕ ਪੇਂਡੂ ਵੋਟਰ ਨੂੰ ਜੇ ਮੈਂ ਕਹਾਂ ਉਹ ਤਾਂ ਇਸ ਭਰਮ 'ਚ ਹੀ ਕਿ ਜੀ ਵਧੀਆ ਐਜੂਕੇਸ਼ਨ, ਦਿੱਲੀ ਮਾਡਲ, ਉਹ ਝੂਠ ਕਿ ਜੀ ਇਹ ਅਸੀਂ ਵਧੀਆ ਐਜੂਕੇਸ਼ਨ, ਵਧੀਆ ਹਸਪਤਾਲ, ਵਧੀਆ ਫਲਾਣੇ ਇੱਧਰ ਉੱਧਰ ਨਾਲ ਦੀ ਨਾਲ। ਲੇਕਿਨ ਤੁਸੀਂ ਇਹ ਦੇਖੋ ਵੀ ਜਦੋਂ ਉਹਨਾਂ ਨੇ ਇੱਕ ਵਾਰੀ ਆਮ ਆਦਮੀ ਪਾਰਟੀ ਨੇ ਸਿਕਿਉਰ ਕਰ ਲਿਆ ਕਿ ਵੀ ਹੁਣ ਸਿੱਖ ਤਾਂ ਸਾਡੀ ਜੇਬ 'ਚ ਨੇ, ਉਹਨਾਂ ਨੇ ਪੰਜਾਬ ਦੇ ਹਿੰਦੂ ਵੋਟਰ ਜਿਹੜੇ ਜ਼ਾਹਰ ਹੈ 22-23 ਹਲਕੇ ਪੰਜਾਬ ਦੇ 117 ਅਸੈਂਬਲੀ ਹਲਕਿਆਂ 'ਚੋਂ ਇਹੋ ਜਿਹੇ ਨੇ ਜਿਹਦੇ 'ਚ ਕਿ ਹਿੰਦੂ ਵੋਟਰ ਡਿਸਾਈਡਿੰਗ ਫੈਕਟਰ ਹੈ। ਇਹੀ ਕਾਰਨ ਹੈ ਕਿ ਜਦੋਂ ਬਾਦਲ ਅਕਾਲੀ ਦਲ ਔਰ ਬੀਜੇਪੀ ਦਾ ਵੀ ਸਮਝੌਤਾ ਹੁੰਦਾ ਸੀ ਉਹ 22-23 ਸੀਟਾਂ ਬੀਜੇਪੀ ਲਈ ਛੱਡਦੇ ਸੀ। ਹਾਲਾਂ ਉਹਨਾਂ ਦੇ ਮੈਕਸਿਮਮ ਇੱਕ ਇਲੈਕਸ਼ਨ 'ਚ 17 ਜਾਂ 18 ਜਿੱਤੇ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਕੈਂਡੀਡੇਟ ਇੰਨੇ ਕੀ ਜਿੱਤ ਸਕਦੇ ਨੇ, ਪਰ ਹਰ ਕਨਸਟੀਚੁਐਂਸੀ ਦੇ ਵਿੱਚ ਹਿੰਦੂ ਵੋਟਰ ਨੇ, ਖਾਸ ਤੌਰ ਤੇ ਜਿੰਨੇ ਸ਼ਹਿਰੀ ਹਲਕੇ ਨੇ, ਤੇ ਉਹਨਾਂ ਦੀ ਭਾਵੇਂ ਉਹ ਉਹਨਾਂ 'ਚ ਡਿਸਾਈਡਿੰਗ ਫੈਕਟਰ ਨਾ ਵੀ ਹੋਣ, ਜਿਵੇਂ ਇਸ ਵੇਲੇ 3 ਜਾਂ 4 ਪਾਰਟੀਆਂ ਦਾ ਮੁਕਾਬਲਾ ਹੈ, ਥੋੜੀ ਜਿਹੀ ਵੋਟ ਹੀ ਜਿਹੜੀ ਹੈ ਉਹ ਡਿਸਾਈਡਿੰਗ ਵੋਟ ਹੋਏਗੀ। ਸੋ ਉਹ ਇੱਕ ਜਿੱਥੇ ਦਲਿਤ ਵੋਟ ਪਰਸੈਂਟੇਜ ਨੂੰ ਜਿੱਤਣ ਦੇ ਲਈ ਇਹ ਸਾਰੀ ਗੇਮ, ਕਿਉਂਕਿ 34% ਵੋਟਰ ਪੰਜਾਬ ਦਾ ਦਲਿਤ ਵੋਟਰ ਹੈ, ਹੁਣ ਉਹਦੇ ਲਈ ਤਾਂ ਇੱਕ ਲੜਾਈ ਉਹਨਾਂ ਨੇ ਚੰਨੀ ਨੂੰ ਬਣਾਤਾ, ਉਹਨਾਂ ਨੇ ਇੱਧਰ ਕਰਤਾ, ਡੇਰੇ ਜਿਹੜੇ ਨੇ ਉਹਦਾ ਕੀ ਰੋਲ ਹੈ, ਉਹਨਾਂ ਨੇ ਸੌਦਾ ਸਾਹਿਬ ਨੂੰ ਛਡਾ ਲਿਆ ਬੀਜੇਪੀ ਨੇ, ਔਰ ਦੂਜਾ ਹੁਣ ਤੁਸੀਂ ਦੇਖੋਗੇ ਨਾਮਧਾਰੀ ਦੂਜੇ ਤੇ ਇਹ ਸਾਰੇ। ਲੇਕਿਨ ਜਿਹੜਾ ਫੋਕਸ ਉਹਨਾਂ ਨੂੰ ਲੱਗਾ ਕਿ ਬਈ ਏਜੰਸੀਆਂ ਨੇ ਖਾਸ ਤੌਰ ਤੇ ਇੱਕ ਪਾਸੇ ਹੁਣ ਇੱਕ ਅਸੀਂ ਬੜੀ ਕਲੀਅਰਲੀ ਸਮਝਦੇ ਹਾਂ ਕਿ ਮੋਦੀ ਦੀ ਧਿਰ ਹੋਏ ਜਾਂ ਕੇਜਰੀਵਾਲ ਹੋਏ, ਇਹ RSS ਦੀਆਂ ਹੀ A ਤੇ B ਟੀਮਾਂ ਨੇ। ਕਾਂਗਰਸ ਨੂੰ ਥਾਂ ਸਿਰ ਰੱਖਣ ਲਈ ਕੈਪਟਨ ਅਮਰਿੰਦਰ ਨੂੰ ਕਿਵੇਂ ਉਹਨਾਂ ਨੇ 4-4.5 ਸਾਲ ਵਰਤਿਆ, ਲੇਕਿਨ ਐਨ ਮੌਕੇ ਦੇ ਉੱਤੇ ਜਦੋਂ ਉਸ ਨੂੰ ਦੀ ਐਗਜ਼ਿਟ ਉੱਥੋਂ ਹੁੰਦੀ ਹੈ ਤੇ ਕਿਵੇਂ ਢੀਂਡਸਾ, ਕੈਪਟਨ ਅਮਰਿੰਦਰ, ਇਹ ਸਾਰੀ ਲਾਈਨ ਜਿਹੜੀ ਹੈ ਇਹ ਬੀਜੇਪੀ ਦੇ ਨਾਲ ਉਸ ਦਾ ਗੱਠਜੋੜ ਔਰ ਉਸ ਸਾਰੇ 'ਚੋਂ, ਕਿਉਂਕਿ ਬੀਜੇਪੀ ਦਾ ਇਮੇਜ ਪੰਜਾਬ ਦੇ ਵਿੱਚ ਇੱਕ ਜਿਹੜਾ ਹੈ ਉਹ ਵਪਾਰੀ ਪਾਰਟੀ ਵਾਲਾ ਰਿਹਾ, ਅਕਾਲੀਆਂ ਨਾਲ ਅਲਾਇੰਸ ਕਰਕੇ ਉਹ ਸੀਟਾਂ ਲੈ ਲੈਂਦੇ ਰਹੇ ਨੇ, ਲੇਕਿਨ ਸਿੱਖਾਂ ਦੇ ਵਿੱਚ ਕਦੇ ਵੀ ਇਹਨਾਂ ਦੀ ਐਕਸੈਪਟੈਂਸ ਨਹੀਂ ਸੀ। ਸੋ ਉਹਨਾਂ ਨੂੰ ਸਿੱਖ ਚਿਹਰੇ ਚਾਹੀਦੇ ਸੀ ਜਾ ਕੇ ਉਹ ਦੱਸ ਸਕਣ ਕਿ ਜੀ ਅਸੀਂ ਜਿਹੜਾ ਉਹ ਬਰਾਬਰ ਦੇ ਹਾਂ ਔਰ ਅਸੀਂ ਪੰਜਾਬ ਦੇ ਵੀ ਔਰ ਉਸੇ ਹੀ ਦੇ ਤਹਿਤ ਉਹਨਾਂ ਨੇ ਜਦੋਂ ਹੋਮਵਰਕ ਚੰਗੀ ਤਰ੍ਹਾਂ ਕਰ ਲਿਆ ਹੋਇਆ ਸੀ ਉਦੋਂ ਹੀ ਉਹਨਾਂ ਨੇ ਬਾਦਲਕਿਆਂ ਦੇ ਨਾਲੋਂ ਜਿਹੜਾ ਉਹ ਡਿਸਟੈਂਸ ਕਰਨਾ ਸ਼ੁਰੂ ਕੀਤਾ। ਕਿਸਾਨਾਂ ਦਾ ਮੋਰਚਾ ਉਹਦਾ
ਫਾਈਨਲ ਬ੍ਰੇਕਿੰਗ ਪੁਆਇੰਟ ਬਣਿਆ। ਔਰ ਜਿਵੇਂ ਬੀਜੇਪੀ ਨੇ ਇੱਕ ਤੋਂ ਬਾਅਦ ਇੱਕ ਬੰਦੇ ਇੰਟਰੋਡਿਊਸ ਕਰਵਾਏ ਔਰ ਕਿਸ ਅੰਦਾਜ਼ ਦੇ ਵਿੱਚ ਜਿਵੇਂ ਐਂ ਲੱਗਣ ਲੱਗ ਗਿਆ ਕਿ ਵੀ ਬੀਜੇਪੀ ਜਿਹੜੀ ਹੈ ਉਹਦੀ ਪਰਸੈਂਟੇਜ ਆਫ ਵੋਟਸ ਵੀ ਅੱਗੇ ਜਾਏਗੀ, ਪਰ ਉਹਨਾਂ ਨੇ ਐਜ਼ ਐਨ ਆਲਟਰਨੇਟਿਵ ਆਲਰੇਡੀ ਆਰਐਸਐਸ ਦੇ ਨਾਲ ਕੇਜਰੀਵਾਲ ਦੀਆਂ ਜੜ੍ਹਾਂ ਤਾਂ 2 ਜਨਰੇਸ਼ਨ ਪੁਰਾਣੀਆਂ ਨੇ, ਉਹਦੇ ਆਪਣੇ ਕਹਿਣ ਮੁਤਾਬਕ ਉਸਦੀਆਂ ਸਾਡੇ ਕੋਲ ਉਹ ਹੈ ਨਹੀਂ ਉਸ ਕਿਸਮ ਦਾ ਕਹਿਣ ਦਾ ਕਿ ਜੀ ਅਸੀਂ ਉਹ ਜਿਹੜਾ ਉਹ ਦਿਖਾ ਦਈਏ ਬੈਕਗਰਾਉਂਡ ਕਿ ਜੀ ਉਹਨੇ ਕਿੱਥੇ ਕੀ ਕਿਹਾ ਕਿ ਜੀ ਉਹ ਅਸੀਂ ਦਿਖਾਈਏ ਮੰਡੇ ਦਿਖਾ ਦਾਂ। ਹਾਂ ਨਹੀਂ, ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਇਸ ਲਈ ਜ਼ਬਾਨੀ ਕੋਟ ਕਰ ਦਿੰਦਾ ਔਰ ਮੈਂ ਹਮੇਸ਼ਾ ਉਸ ਗੱਲ ਨੂੰ ਹੀ ਕੋਟ ਕਰਦਾ ਜਿਹਦਾ ਡਾਕੂਮੈਂਟਰੀ ਐਵੀਡੈਂਸ ਹੁੰਦਾ, ਅਦਰਵਾਈਜ਼ ਮੈਂ ਕਦੇ ਕੋਟ ਨਹੀਂ ਕੀਤਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੇਜਰੀਵਾਲ ਐਜ਼ ਏ ਇਨਕੰਬੈਂਟ, ਲੇਕਿਨ ਉਹਨੂੰ ਵੀ ਟਿਕਾਣੇ ਰੱਖਣਾ ਚਾਹੁੰਦੇ ਨੇ ਕਿ ਵੀ ਇਹ ਨਾ ਹੋਏ ਵੀ ਇਹ ਸਾਰੇ 'ਚ ਹੋਏ। ਔਰ ਜਿਵੇਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਜਿਹੜੀ ਆਈਡੀਓਲੋਜੀ ਜਿਹਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਹੈ, ਜਿਸ ਦਾ ਸੰਬੰਧ ਮਜ਼ਹਬ ਨਾਲ ਨਹੀਂ ਹੈ, ਇੱਕ ਆਈਡੀਓਲੋਜੀ ਨਾਲ ਹੈ, ਉਹਦਾ ਜਿਹੜਾ ਸਭ ਤੋਂ ਪਾਵਰਫੁਲ ਹਥਿਆਰ ਹੈ ਉਹ ਹੈ ਭੰਬਲ ਭੂਸਾ ਪਾਉਣਾ, ਕਨਫਿਊਜ਼ਨ। ਕਿਸੇ ਸਿਚੁਏਸ਼ਨ ਨੂੰ ਇੰਨਾ ਕੁ ਕਨਫਿਊਜ਼ ਕਰ ਦਿਓ ਕਿ ਭਾਈ ਬੰਦਾ 2 ਕਦਮ ਜਾ ਕੇ ਫਿਰ ਪਿੱਛੇ ਆ ਜਾਏ, ਫਿਰ ਖੱਬੇ ਚਲੇ ਜਾਏ, ਫਿਰ ਸੱਜੇ ਚਲੇ ਜਾਏ, ਉਹਨੂੰ ਲੱਗੇ ਕਿ ਵੀ ਇਹ ਕੀ ਹੈ, ਔਰ ਉਹਦੇ 'ਚੋਂ ਫਿਰ ਉਹ ਆਪਣਾ ਜਿਹੜਾ ਫਿਸ਼ਿੰਗ ਇਨ ਦਾ ਟਰਬਲਡ ਵਾਟਰਸ ਉਸ ਨੂੰ ਉਹ ਕਰਦੇ ਨੇ। ਹੁਣ 2017 ਦੇ ਵਿੱਚ ਜਦੋਂ ਉਹਨਾਂ ਨੂੰ ਇਹ ਲੱਗਾ ਪੈਸੇ ਸਾਰੇ ਬਾਹਰੋਂ ਜੇ ਜ਼ਾਹਰ ਹੈ ਕਿ ਜਿਹੜਾ ਬਾਹਰ ਡਾਇਸਪੋਰਾ ਸਿੱਖ ਹੈ ਉਹ ਖਾਲਿਸਤਾਨ ਦਾ ਹਮਾਇਤੀ ਹੈ, ਇਹਦੇ ਤਾਂ ਕੋਈ 2 ਰਾਵਾਂ ਨਹੀਂ ਨੇ, ਕਿਉਂਕਿ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਵੱਡੇ ਗੁਰਦੁਆਰੇ ਦੂਜੇ ਜਿੱਥੇ ਵੋਟਾਂ ਹੁੰਦੀਆਂ ਨੇ ਚੋਣਾਂ ਹੁੰਦੀਆਂ, ਇਹ ਤਾਂ ਨਹੀਂ ਹੈ ਵੀ ਕਿਸੇ ਨੇ ਕੋਈ ਡੇਰੇ ਤਾਂ ਨਹੀਂ ਹੈਗੇ ਇੱਥੇ। ਅਲਟੀਮੇਟਲੀ ਗੁਰਦੁਆਰਾ ਮੈਨੇਜਮੈਂਟਸ ਵੱਡੇ ਗੁਰਦੁਆਰੇ ਅਮਰੀਕਾ 'ਚ ਨਿਊਯਾਰਕ ਰਿਚਮੰਡ ਹਿੱਲ ਹੈ ਈਸਟ ਕੋਸਟ 'ਤੇ, ਫਰੀਮੌਂਟ ਵੈਸਟ ਕੋਸਟ ਹੈ ਪਰੇ ਜਿਹੜਾ ਸੀਐਟਲ ਦੇ ਵਿੱਚ ਸਾਰੇ ਗੁਰਦੁਆਰਿਆਂ 'ਚ ਚੋਣਾਂ ਹੁੰਦੀਆਂ ਨੇ। ਔਰ ਜ਼ਾਹਰ ਹੈ ਕਿ ਕੋਈ ਧਿਰ ਜਿੱਤੇ ਜੱਦੀ ਉਹੀ ਹੈ ਜਿਹੜੀ ਪੰਥ ਪ੍ਰਸਤ ਹੈ, ਖਾਲਿਸਤਾਨ ਦੀ ਹਮਾਇਤੀ ਹੈ। ਔਰ ਜ਼ਾਹਰ ਹੈ ਬਾਹਰਲੇ ਸਿੱਖਾਂ ਕੋਲ ਪੈਸਾ ਵੀ ਹੈ। ਸੋ ਕੇਜਰੀਵਾਲ ਨੇ ਜਿਸ ਅੰਦਾਜ਼ ਦੇ ਵਿੱਚ ਉਹ ਬਾਹਰ ਮਫਲਰ ਜਿਹਾ ਲਪੇਟ ਕੇ ਇੱਥੇ ਆ ਜਾਂਦਾ ਸੀ, ਇੱਕ ਵਾਰੀ ਇੱਥੇ ਵੀ ਰਿਚਮੰਡ ਹਿੱਲ ਬਾਹਰ ਹੀ ਥੱਲੇ ਨਾ ਆ ਕੇ ਉੱਥੇ ਅੰਦਰ ਗੁਰਦੁਆਰੇ ਆ ਕੇ ਬੈਠਾ ਸੀ, ਉਹਨਾਂ ਦੇ ਪ੍ਰਧਾਨ ਸਾਹਿਬ ਕਹਿੰਦੇ ਜੀ ਅਸੀਂ ਕਿ ਲੰਗਰ 'ਚ ਬੈਠਾ, ਇਵੇਂ ਹੀ ਤੁਰਿਆ ਫਿਰਦਾ ਸੀ। ਉੱਥੇ ਹੀ ਦਿੱਲੀ ਵੀ ਕਦੇ ਬੰਗਲਾ ਸਾਹਿਬ ਸਵੇਰੇ ਲਾਈਨ 'ਚ ਲੱਗਾ ਹੋਣਾ, ਕਦੇ ਦੂਜੇ ਹੋਣਾ। ਸੋ ਬਹੁਤ ਸਾਰਿਆਂ ਨੂੰ ਇਹ ਲੱਗਦਾ ਸੀ, ਹਾਲਾਂ ਉਹਦੇ ਡਿਫਰੈਂਟ ਰੰਗ ਨੇ, ਬਹੁਤ ਖਤਰਨਾਕ ਆਦਮੀ ਹੈ, 'ਚ ਕੋਈ 2 ਰਾਵਾਂ ਨਹੀਂ ਨੇ, ਪਰ ਤੁਸੀਂ ਕਿਸੇ ਨੂੰ ਉਹ ਇਲਜ਼ਾਮ ਲਾ ਕੇ ਤਾਂ ਨਾ ਮਾਰੋ ਜਿਹੜਾ ਉਹਨੇ ਇਸਤੇਮਾਲ ਕਰਕੇ ਜਿਸ ਛਤਰੀ ਨੂੰ ਆਪਣਾ ਢਿੱਡ ਭਰਿਆ ਹੋਇਆ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਨਅਕਾਊਂਟਡ ਮਨੀ ਲੱਖਾਂ ਡਾਲਰ 2017 ਦੀਆਂ ਚੋਣਾਂ ਵੇਲੇ ਗਏ। ਔਰ ਦੂਜੇ ਔਰ ਹੋ ਸਕਦਾ ਹੈ ਵੀ ਉਹਨੇ ਆਪਣੀ ਪੇਰੈਂਟ ਪਾਰਟੀ ਆਰਐਸਐਸ ਤੋਂ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰੋਪਰ ਬਰੀਫਿੰਗ ਨਾ ਕਰਦਾ ਹੋਏ, ਤੇ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਭੇਜਿਆ ਸੀ ਇਹਨੂੰ ਕੰਮ ਕਰਾਉਣ ਤੇ ਇਹ ਤਾਂ ਆਪ ਹੀ ਰਾਜਾ ਬਣਨ ਲੱਗਾ। ਔਰ ਉਹਨਾਂ ਨੇ ਉਹ ਹੱਥ ਖਿੱਚਿਆ, ਔਰ ਹੱਥ ਖਿੱਚਣਾ ਸੀ ਵੀ ਐਨ ਚੋਣਾਂ ਤੋਂ 3 ਦਿਨ ਪਹਿਲਾਂ ਖਬਰ ਲਾਤੀ ਕਿ ਜੀ ਫਲਾਂ ਅੱਤਵਾਦੀ ਜਿਹੜਾ ਜਿਹਦੇ ਕੋਲ ਜਿਹੜਾ ਉਹ ਖਾਲਿਸਤਾਨ ਦੇ ਲਈ ਕਰਨ ਵਾਲਾ ਅੱਤਵਾਦ ਔਰ ਦੂਜਾ ਇਹ ਕੇਸ ਸੀ ਵੀ ਕੇਜਰੀਵਾਲ ਉਹਦੇ ਘਰ ਰਾਤ ਨੂੰ ਰਿਹਾ ਪਿਛਲੀਆਂ 2017 ਦੀਆਂ ਚੋਣਾਂ ਵੇਲੇ। ਔਰ ਉਹਨੂੰ ਇੰਨਾ ਪ੍ਰਚਾਰਿਆ ਗਿਆ ਕਿਉਂਕਿ ਉਹਦਾ ਟਾਰਗੇਟ ਸੀ ਉਹੀ ਪੰਜਾਬ ਦੀ ਹਿੰਦੂ 17-18% ਵੋਟ 22-23 ਹਲਕੇ ਜਿਹੜੇ ਡਿਸਾਈਡਿੰਗ ਵੋਟਾਂ ਹੁੰਦੀਆਂ ਨੇ ਕਿ ਵੀ ਇੱਕ ਫੀਅਰ ਪੈਦਾ ਕਰ ਦੇਣਾ। ਔਰ ਇਹ ਹੋਇਆ ਵੀ ਐਨ ਬਲਾਕ ਜਿਹੜੀ ਹਿੰਦੂ ਵੋਟ ਸੀ ਪੰਜਾਬ ਦੀ ਉਹ ਕਾਂਗਰਸ ਦੇ ਖਾਤੇ ਚਲੀ ਗਈ। ਔਰ ਕੈਪਟਨ ਔਰ ਮੋੜ ਮੰਡੀ ਬੰਬ ਧਮਾਕਾ ਜਿਹਨੂੰ ਸੌਦਾ ਸਾਧ ਰਾਹੀਂ ਕਰਵਾਇਆ, ਜਿਹਦੇ ਸਬੂਤ ਆਏ ਬਾਅਦ ਚੋਂ ਕੇਸ ਕਲੋਜ਼ ਕਰਤਾ। ਇੱਕ ਡਰ ਪੈਦਾ ਕਰ ਦੇਣਾ ਕਿ ਜੀ ਇਹ ਤਾਂ ਅੱਤਵਾਦ ਵਾਪਸ ਆ ਜਾਏਗਾ, ਕਿ ਜੇ ਕੇਜਰੀਵਾਲ ਰਹਿ ਵੀ ਅੱਤਵਾਦੀ ਦੇ ਘਰ ਉੱਥੇ ਰਿਹਾ ਰਾਤ, ਇਹ ਮੌੜ ਮੰਡੀ 'ਚ ਵੀ ਹੋ ਗਿਆ, ਬਾਹਰਲੇ ਵੀ ਸਾਰੇ ਦੇਣ ਵਾਲੇ ਪੈਸੇ ਦੂਜੇ ਤੀਜੇ ਉਹ ਨੇ। ਇਹਦਾ ਮਤਲਬ ਹੈ ਵੀ ਇੱਥੇ ਤਾਂ ਜਿਹਨੂੰ ਇਹਨਾਂ ਨੇ ਹੀ ਕਿਹਾ ਗਿਆ ਕਿ ਡਰਾਇਆ ਹੋਇਆ ਕਾਲਾ ਦੌਰ ਔਰ ਅੱਤਵਾਦ, ਨਤੀਜਾ ਜ਼ਾਹਰ ਹੈ ਵੀ। ਔਰ ਬਾਕੀ ਵੀ ਫੈਕਟਰ ਸੀ ਉਹਦੇ 'ਚ, ਅਕਾਲੀਆਂ ਤੇ ਕਾਂਗਰਸ ਨੇ ਵੀ ਰੈਂਕਸ ਕਲੋਜ਼ ਕਰ ਲਏ ਵੀ ਬਾਹਰੋਂ ਕਾਹਨੂੰ ਕਿਸੇ ਨੂੰ ਲਾਣ ਦੇਣਾ, ਵੋਟਾਂ ਪਵਾਤੀਆਂ। ਸੋ ਆਲਮੋਸਟ 2/3 ਮੈਜੋਰਟੀ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਦੀ ਹਕੂਮਤ ਬਣ ਜਾਂਦੀ। ਹੁਣ ਵੀ ਮੈਨੂੰ ਇਹ ਲੱਗਦਾ ਸੀ ਕਿ ਕੋਈ ਨਾ ਕੋਈ ਟ੍ਰਿਕ ਇਸ ਲਾਈਨ ਦੇ ਉੱਤੇ ਹੋਏਗਾ। ਪਹਿਲਾਂ ਤਾਂ ਐਤਕੀ ਕੇਜਰੀਵਾਲ ਨੇ ਆਊਟਸਮਾਰਟ ਕਰਨ ਦੀ ਕੋਸ਼ਿਸ਼ ਕੀਤੀ। ਉਹਨੂੰ ਇਹ ਲੱਗਦਾ ਸੀ ਵੀ ਲਾਸਟ ਟਾਈਮ ਇਹ ਹਿੰਦੂ ਫੈਕਟਰ ਦੇ ਡਰ ਨੂੰ ਖੜਾ ਕਰਕੇ ਇਹਨਾਂ ਨੇ ਮੈਨੂੰ ਜਿਹੜਾ ਬਣਦੇ ਬਣਦੇ ਸਵਾਈ ਹੋਈ ਮੇਰੀ ਅਚਕਨ ਰਹਿ ਗਈ, ਉਹ ਤਾਂ ਕੇਜਰੀਵਾਲ ਨੇ ਆਪ ਬਣਨ ਦਾ ਇਰਾਦਾ ਕੀਤਾ ਹੋਇਆ ਸੀ। ਹੁਣ ਕੇਜਰੀਵਾਲ ਨੇ ਪਹਿਲਾਂ ਹੀ ਕਰ ਲਿਆ ਕੰਮ। ਔਰ ਹਫ਼ਤਾ ਪਹਿਲਾਂ ਕੇਜਰੀਵਾਲ ਨੇ ਜਦੋਂ ਇਹ ਕਿਹਾ, ਉਹਨੇ ਕਿਹਾ ਜੀ ਦੇਖੋ ਇਹ ਜਿਹੜੀ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਚੂਕ ਹੋਈ ਹੈ, ਇਸ ਨਾਲ ਪੰਜਾਬ ਦੇ ਹਿੰਦੂ ਬੜੇ ਘਬਰਾ ਗਏ ਨੇ।
ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਸੁਰੱਖਿਅਤ ਨਹੀਂ। ਇੱਕ ਲੁਧਿਆਣੇ ਦਾ ਵਪਾਰੀ ਇੱਕ ਮੇਰੇ ਕੋਲ ਆਇਆ, ਉਹਨੇ ਮੈਨੂੰ ਕਿਹਾ ਔਰ ਉਹਨਾਂ 'ਚ ਬੜੀ ਅਸੁਰੱਖਿਆ ਦੀ ਭਾਵਨਾ ਆ ਗਈ ਹੈ ਔਰ ਇਹ ਬਿਲਕੁਲ ਠੀਕ ਨਹੀਂ ਹੈ। ਉਹ ਡਰੇ ਹੋਏ ਨੇ ਵੀ ਕਾਲਾ ਦੌਰ ਵਾਪਸ ਨਾ ਆ ਜਾਏ। ਹੁਣ ਉਹਨੇ ਤਾਂ ਆਪਣੇ ਵੱਲੋਂ ਦਾ ਖੇਡਿਆ ਕਿ ਜੀ ਮੈਂ ਇਹ ਜਿਹੜੀ ਹੈ ਗੱਲ ਕਰਕੇ ਤੇ ਜਿਹੜੇ ਹਿੰਦੂ ਵੋਟਰ ਨੇ ਪੰਜਾਬ ਦੇ, ਉਹ ਸਮਝਦੇ ਨੇ ਵੀ ਰੂਰਲ ਦੇ ਵਿੱਚ ਤਾਂ ਸਾਡਾ ਸਟਰੋਂਗ ਹੋਲਡ ਬਣ ਗਿਆ, ਉਹਨਾਂ ਨੂੰ ਅਸੀਂ ਭੁਗਤਾ ਲਾਂਗੇ। ਪਰ ਉੱਥੇ ਵੀ RSS ਦੇ ਜਿਹੜੇ ਦੂਜੇ ਨੇ ਜਿਨ੍ਹਾਂ ਨੇ ਭੰਬਲ ਭੂਸਾ ਪੈਦਾ ਕਰਨਾ, ਉੱਥੇ ਉਹ ਬੈਠੇ ਹੋਏ ਨੇ ਉਹਨਾਂ ਦੇ ਨਾਗਪੁਰ ਜਾਂ ਦੂਜੇ 'ਚ। ਉਹਨਾਂ ਨੂੰ ਲੱਗਾ ਵੀ ਅੱਛਾ ਇਹ ਹੁਣ ਸਾਥੋਂ ਪੁੱਛੇ ਸਾਡੀ ਬਿੱਲੀ ਸਾਨੂੰ ਮਿਆਉ। ਔਰ ਉਹਨਾਂ ਨੇ ਇੱਕਦਮ ਉਹ ਖੜਾ ਕਰਤਾ ਕੁਮਾਰ ਵਿਸ਼ਵਾਸ। ਕੁਮਾਰ ਵਿਸ਼ਵਾਸ ਕਵੀ ਬਹੁਤ ਵਧੀਆ ਹੈ। ਕਦੇ ਜੰਤਰ ਮੰਤਰ ਰੋਡ ਤੇ ਜਦੋਂ ਕੇਜਰੀਵਾਲ ਗਲ 'ਚ ਮਫਲਰ ਪਾ ਕੇ ਧਰਨੇ ਤੇ ਬਹਿੰਦਾ ਸੀ, ਕਵਿਤਾਵਾਂ ਉਹੀ ਸੁਣਾਉਂਦਾ ਸੀ। ਤੇ ਕਾਮੇਡੀ ਦੇ ਇੱਦਾਂ ਦੇ ਜੋਕ ਜਿਹੜੇ ਨੇ ਭਗਵੰਤ ਮਾਨ ਕੈਟਾਗਰੀ ਹੈ, ਪਰ ਉਹ ਬਹੁਤ ਖਤਰਨਾਕ ਹਿੰਦੂ ਤਵੀ। ਜਦੋਂ ਇਹਨਾਂ ਹੀ ਗੁਜਰਾਤ 'ਚ ਜਾ ਕੇ ਮੋਦੀ ਨੂੰ, ਜਦੋਂ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ, ਇਹਨੇ ਉੱਥੇ ਭਵਿੱਖਬਾਣੀ ਕੀਤੀ ਸੀ ਕਿ ਮੈਂ ਮਾਤਾ ਦੇ ਅੱਗੇ ਅਰਦਾਸ ਕਰਕੇ ਆਇਆ, ਦੁਆ ਕਰਕੇ ਪ੍ਰਾਰਥਨਾ ਕਿ ਤੈਨੂੰ ਰੱਬ ਪ੍ਰਧਾਨ ਮੰਤਰੀ ਬਣਾਏ, ਮਾਤਾ ਬਣਾਏ ਤੈਨੂੰ ਔਰ ਤੂੰ ਸੇਵਾ ਕਰੇ। ਔਰ ਹਾਲਾਂ ਹੁਣ ਉਹ ਮੋਦੀ ਤੇ ਵੀ ਜੈਬ, ਪਰ ਅਲਟੀਮੇਟਲੀ ਜਿਵੇਂ ਇਹ ਹੁੰਦਾ ਹੈ ਕਿ ਵਨਸ ਕਮਿਊਨਿਸਟ ਆਲਵੇਜ਼ ਕਮਿਊਨਿਸਟ। ਜਿਹੜਾ ਇੱਕ ਵਾਰੀ ਕਾਮਰੇਡ ਹੁੰਦਾ ਉਹ ਕਾਮਰੇਡ ਹੀ ਰਹਿੰਦਾ। ਨੋ ਮੈਟਰ ਅੰਮ੍ਰਿਤ ਵੀ ਛਕ ਲੈ, ਉਹਦੇ ਅੰਦਰੋਂ ਜਿਹੜਾ ਉਹ ਵਿਸ਼ਵਾਸ ਹਿੱਲਿਆ ਹੁੰਦਾ ਉਹ ਜਾਂਦਾ ਨਹੀਂ। ਇਸੇ ਤਰ੍ਹਾਂ ਇਹ ਜਿਹੜੇ ਆਈਡੀਓਲੋਜੀ, ਇਸੇ ਤਰ੍ਹਾਂ ਇੰਟੈਲੀਜੈਂਸ ਦੇ ਲੋਕ ਹੁੰਦੇ ਨੇ ਜਿਹੜੇ ਇੰਟੈਲੀਜੈਂਸ ਲਈ ਕੰਮ ਕਰਦੇ, ਰਿਟਾਇਰ ਵੀ ਹੋ ਜਾਣ, ਉਹਨਾਂ ਦੇ ਹੀ ਬੰਦੇ ਹੁੰਦੇ ਨੇ। ਸੋ ਇਸੇ ਤਰ੍ਹਾਂ ਹਿੰਦੂਤਵਾ ਦੇ ਜਿਹੜੇ ਫੁੱਟ ਸੋਲਜਰ ਰਹੇ ਨੇ ਕਿਤੇ ਨਾ ਕਿਤੇ, ਇਹ ਕਿਤੇ ਚਲੇ ਜਾਣ ਲੱਗੇ ਵੀ ਨਾਰਾਜ਼ ਹੋ ਗਏ, ਬਿਆਨਬਾਜ਼ੀ ਕਰ ਲਈ। ਸੁਬਰਾਮਨਿਅਮ ਸਵਾਮੀ ਦਾ ਦੇਖ ਲਓ, ਦੂਸਰਿਆਂ ਦਾ, ਇਹ ਉੱਥੇ ਹੀ ਰਹਿੰਦੇ ਨੇ, ਕਿਤੇ ਨਹੀਂ ਜਾਂਦੇ। ਹੁਣ ਉਹਨਾਂ ਨੇ ਕੱਢਿਆ ਉਹਨੂੰ, ਕਵੀ ਨੂੰ। ਉਹਨੇ ਕਿਹਾ ਵੀ ਕਿਉਂਕਿ ਉਹਨੂੰ ਵੀ ਸ਼ਿਕਵਾ ਸੀ ਕਿ ਵੀ ਮੈਂ ਬਰਾਬਰ ਦਾ ਕੇਜਰੀਵਾਲ ਦੇ ਤਾਲੀਮ ਯਾਫਤਾ ਬੰਦਾ ਹੈ, ਤੇ ਜਦੋਂ ਉਹ ਸਾਰਾ ਭੇਲੀ ਆ ਗਈ ਗੁੜ ਦੀ, ਕੇਜਰੀਵਾਲ ਤਾਂ ਇਕੱਲਾ ਹੀ ਖਾ ਗਿਆ, ਸਾਰਾ ਕੀਤਾ ਨਹੀਂ। ਉਹਨੇ ਛੱਡਤੀ ਹੋਈ ਆ ਪਾਰਟੀ, ਆਮ ਆਦਮੀ ਪਾਰਟੀ ਫਾਊਂਡਰਸ 'ਚੋਂ ਸੀ। ਉਹਨੇ ਬਿਆਨ ਦਾਗ ਦਿੱਤਾ ਇੱਕ। ਉਹਨੇ ਕਿਹਾ ਕਿ ਕੇਜਰੀਵਾਲ ਮੇਰੇ ਨਾਲ ਇਹ ਗੁਫ਼ਤਗੂ ਕਰਦਾ ਸੀ ਕਿ ਵੀ ਜਿਹੜਾ ਅਸੀਂ ਇਸ ਤਰ੍ਹਾਂ ਕਰਦੇ ਵੀ ਨਵਾਂ ਦੇਸ਼ ਖਾਲਿਸਤਾਨ ਬਣਨ ਵਾਲਾ, ਮੈਂ ਜਾਂ ਤਾਂ ਮੈਂ ਪੰਜਾਬ ਦਾ ਚੀਫ ਮਿਨਿਸਟਰ ਬਣਾਂਗਾ, ਜੇ ਨਹੀਂ ਹੋਇਆ ਇਹ ਤੇ ਮੈਂ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਤੇ ਤੂੰ ਇੰਡੀਆ ਦਾ ਬਣ ਜਾਏ, ਅਸੀਂ ਦੋਨੋਂ ਹੀ ਪ੍ਰਧਾਨ ਮੰਤਰੀ ਬਣਾਂਗੇ। ਆਈ ਵਿਲ ਬੀ ਖਾਲਿਸਤਾਨਸ ਪ੍ਰਾਈਮ ਮਿਨਿਸਟਰ। ਹੁਣ ਜਿਉਂ ਹੀ ਉਹ ਕਹਿਣਾ ਸੀ ਉਹਦੇ ਹਰ ਇੱਕ ਨੂੰ ਵਾਰੇ ਆ ਗਈ ਗੱਲ। ਅਮਿਤ ਸ਼ਾਹ, ਮੋਦੀ, ਈਵਨ ਰਾਹੁਲ ਗਾਂਧੀ ਉਹ ਵੀ ਉੱਤੋਂ ਬੋਲ ਰਿਹਾ, ਔਰ ਦੂਜਾ ਆਤੰਕਵਾਦੀ ਇੱਧਰ ਉੱਧਰ ਜਵਾਬ ਦੇ ਇਹ ਉਹ ਕਿ ਜੀ ਇਹ ਤਾਂ ਹੁਣ ਇਹਦੀ ਇਨਵੈਸਟੀਗੇਸ਼ਨ। ਉਹ ਚੰਨੀ ਜਿਹੜਾ ਪਹਿਲਾਂ ਹੀ ਫਸਿਆ ਹੋਇਆ ਸੀ, ਕਹਿ ਕੇ ਅਸੀਂ ਬਈਏ ਵੜਨ ਨਹੀਂ ਦੇਣੇ, ਉਹਨੇ ਚਿੱਠੀ ਲਿਖਤੀ ਅਮਿਤ ਸ਼ਾਹ ਨੂੰ ਕਿ ਜੀ ਇਹ ਤਾਂ ਜਿਹੜਾ ਇਹ ਬੜਾ ਖਤਰਨਾਕ ਹੈ। ਪਰ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਗਰਾਊਂਡ ਤਿਆਰ ਕਰ ਲਈ। ਬਿਲਕੁਲ ਆਲਮੋਸਟ ਹਫ਼ਤਾ ਕੁ ਪਹਿਲਾਂ ਇੱਕ ਜਾਲੀ ਚਿੱਠੀ ਜਿਹਨੂੰ 6 ਫਾਰ ਜਸਟਿਸ ਨੇ ਡਿਸਓਨ ਕੀਤਾ ਹੈ, ਉਹ ਸਰਕੂਲੇਟ ਕੀਤੀ ਗਈ 6 ਫਾਰ ਜਸਟਿਸ ਵੱਲੋਂ, ਜਿਹਦੇ 'ਚ ਉਹਨਾਂ ਨੇ ਕਿਹਾ ਜੀ 2017 'ਚ ਵੀ ਅਸੀਂ ਕੇਜਰੀਵਾਲ ਦੀ ਮਦਦ ਕੀਤੀ ਸੀ ਤੇ 2022 ਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਕੇਜਰੀਵਾਲ ਨੂੰ ਪਾਓ। ਹੁਣ 6 ਫਾਰ ਜਸਟਿਸ ਨੂੰ ਉਹਨਾਂ ਨੇ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਹੋਇਆ। ਸੋ ਜ਼ਾਹਰ ਹੈ ਕਿ ਵੀ ਉਹਨਾਂ ਦੀ ਹਾਲਾਂ ਫੌਰਨ 6 ਫਾਰ ਜਸਟਿਸ ਨੇ ਰਿਟਰੈਕਟ ਕੀਤਾ ਵੀ ਅਸੀਂ ਤਾਂ ਇਹਨਾਂ ਦੇ ਸਿਸਟਮ 'ਚ ਨਹੀਂ ਯਕੀਨ ਰੱਖਦੇ, ਅਸੀਂ ਤਾਂ ਰੈਫਰੈਂਡਮ 2020 ਦੀਆਂ ਵੋਟਾਂ ਪਵਾਵਾਂਗੇ ਉੱਥੇ ਵੀ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਉਸ ਨੂੰ ਆਧਾਰ ਬਣਾ ਕੇ ਚੰਨੀ ਜਿਹੜਾ ਵੈਸੇ ਹੀ ਚੰਨ ਚਾੜ ਰਿਹਾ ਰੋਜ਼ ਕੋਈ ਨਾ ਕੋਈ, ਉਹਨੇ ਚਿੱਠੀ ਅਮਿਤ ਸ਼ਾਹ ਨੂੰ ਲਿਖੀ, ਦੇਖੋ ਜੀ ਇਹ ਤਾਂ ਦੇਸ਼ ਤੋੜਨ ਦੀ ਸਾਜ਼ਿਸ਼ ਹੈ ਔਰ ਦੂਜੇ ਇਹਦੇ 'ਤੇ ਕਾਰਵਾਈ ਕਰੋ। ਨਾਲ ਦੀ ਨਾਲ ਮੋਦੀ ਵੀ ਉੱਠ ਪਿਆ ਕਿ ਦੇਖੋ ਆਪਣੀ ਸੱਤਾ ਦੇ ਲਈ ਇਹ ਦੇਸ਼ ਨੂੰ ਤੋੜਨ ਲਈ ਤਿਆਰ ਨੇ। ਦੂਜਾ ਅਮਿਤ ਸ਼ਾਹ ਨੇ ਕਿਹਾ ਹੁਣ ਵਿਲ ਪਰਸਨਲੀ ਲੁੱਕ ਇਨਟੂ ਐਲੀਗੇਸ਼ਨਸ ਆਫ SFJ ਰਿਲੇਸ਼ਨਸ ਵਿਦ ਆਮ ਆਦਮੀ ਪਾਰਟੀ। ਉਹ ਲਿਖਤੀ ਜਵਾਬ ਵੀ ਦੇ ਦਿੱਤਾ ਚੰਨੀ ਨੂੰ। ਕੱਲ ਤੱਕ ਚੰਨੀ ਤੋਂ ਜਾਣ ਨੂੰ ਖਤਰਾ ਸੀ ਮੋਦੀ ਨੂੰ, ਹੁਣ ਇਹ ਜਿਹੜਾ ਇਹਦੇ ਤੋਂ ਹੈ। ਸੋ ਕੁੱਲ ਮਿਲਾ ਕੇ ਮੈਂ ਕਨਕਲੂਡ ਕਰਾਂ ਕਿ ਭਾਈ ਇਹ ਫਾਈਨਲ ਖੇਡ ਹੁਣ ਇਹਦਾ ਟਾਰਗੇਟਡ ਕਰਾਊਡ ਕੀ ਹੈ? ਉਹੀ ਪੰਜਾਬ ਦਾ ਹਿੰਦੂ ਵੋਟਰ ਜਿਹਨੂੰ ਕੇਜਰੀਵਾਲ ਨੇ ਤਾਂ ਆਪਣੇ ਵੱਲੋਂ ਜਿਹੜਾ ਉਹ ਨਹਿਲਾ ਮਾਰਿਆ ਸੀ ਤੇ ਇੱਧਰ ਦਹਿਲਾ ਵੱਜ ਗਿਆ। ਲੇਕਿਨ ਤੁਸੀਂ ਇਸ ਸਾਰੇ ਤੋਂ ਇਹ ਦੇਖੋ ਕਿ ਪੰਜਾਬ ਇੱਕ ਕਾਲੋਨੀ ਵਾਂਗ ਹੈ। ਇਹ ਹਿੰਦੂ ਤਵੀ ਜਿਹੜੇ ਨੇ ਉਸੇ ਹੀ ਭੰਬਲ ਭੂਸੇ ਦੇ ਫੈਕਟਰ ਦੇ ਥੱਲੇ ਹੁਣ ਅਖੀਰਲੇ ਇਹਨਾਂ 48 ਘੰਟਿਆਂ 'ਚ ਉੱਥੇ ਕਿਨੇ ਕੀ ਕਰਨਾ, ਏਜੰਸੀਆਂ ਨੇ ਹੋਰ ਕੀ ਖੇਡ ਖੇਡਣੀ ਹੈ, ਕੋਈ ਕਿਤੇ ਬੰਬ ਬਲਾਸਟ ਕਰਵਾ ਦੇਣ, ਕੋਈ ਦਹਿਸ਼ਤਗਰਦੀ ਦੀ ਘਟਨਾ ਕਰ ਦੇਣ, ਕਿਉਂਕਿ ਉਹਨਾਂ ਨੇ ਕੰਟਰੋਲ ਆਪਣੇ ਕੋਲ ਰੱਖਣਾ ਹੈ ਤਾਂ ਕਿ ਜਿਹੜੀ ਪੰਜਾਬ ਦੇ ਲੋਕਾਂ ਦੀਆਂ ਐਸਪੀਰੇਸ਼ਨਸ ਨੇ, ਆਜ਼ਾਦੀ ਦੀ ਗੱਲ ਹੈ, ਸਿੱਖ ਕੌਮ ਦੀ ਸੋਵਰਨਿਟੀ ਦੀ ਗੱਲ ਹੈ,
ਉਹਨੂੰ। ਔਰ ਇਸ ਸਾਰੇ ਦੇ ਉੱਤੇ ਤੁਸੀਂ ਦੇਖੋ ਹਰ ਕੋਈ ਆਪਣੇ ਆਪ ਨੂੰ डिस्टेंस ਕਰਨ ਲੱਗ ਗਿਆ। राहुल गांधी कह रहा है कि ये केजरीवाल बताएं किसके घर रहे, क्यों रहे, क्या है, एक हाँ या ना में जवाब दें। ਹੁਣ ਸਾਰੇ ਹੀ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਤੇ ਲੱਗੇ ਹੋਏ ਨੇ ਔਰ ਇਹ ਦੱਸਣ ਦੇ ਲਈ ਕਿ ਖਾਲਿਸਤਾਨ ਜਿਵੇਂ ਬੜਾ ਡਰਟੀ ਵਰਡ ਹੈ ਔਰ ਕੇਜਰੀਵਾਲ ਜਿਹੜਾ ਹੈ ਇਹ ਤਾਂ ਇਹਨੇ ਤਾਂ ਕੁਮਾਰ ਵਿਸ਼ਵਾਸ ਨੂੰ ਕਿਹਾ ਕਿ ਜੀ ਮੈਂ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਾਂਗਾ। ਇਹ ਤਾਂ ਨਾਲ ਰਲਿਆ ਹੋਇਆ ਸਾਜ਼ਿਸ਼ ਹੈ ਦੇਸ਼ ਨੂੰ ਤੋੜਨ ਦੀ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹਨਾਂ ਦਾ ਹਾਲ ਉਸ ਵਰਗਾ ਹੀ ਹੈ ਜਿਹੜਾ ਹਾਲਾਂ ਮੈਨੂੰ ਐਗਜ਼ਾਮਪਲ ਤਾਂ ਵਲਗਰ ਹੀ ਹੈ ਕਿ ਵੀ ਉਹ ਜਦੋਂ ਬੱਚਾ 5-6 ਸਾਲ ਦਾ ਹੁੰਦਾ ਹੈ ਤੇ ਉਹ ਜਦੋਂ ਪੱਦ ਮਾਰਦਾ ਹੈ ਤੇ ਆਪ ਹੀ ਰੋਣ ਲੱਗ ਜਾਂਦਾ। ਉਹਨੂੰ ਲੱਗਦਾ ਵੀ ਕਿਤੋਂ ਆਵਾਜ਼ ਆਈ ਧਮਾਕਾ ਹੈ, ਇਹ ਆਪ ਹੀ ਧਮਾਕੇ ਇਵੇਂ ਦੇ ਕਰਕੇ ਆਪੇ ਹੀ ਡਰੀ ਜਾਂਦੇ ਨੇ। ਪਰ ਮਕਸਦ ਇਹਨਾਂ ਦਾ ਉਹੀ ਭੰਬਲ ਭੂਸਾ ਪੈਦਾ ਕਰਨੇ, ਕਨਫਿਊਜ਼ਨ ਪੈਦਾ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।